ਚਵਰ ਛਤਰ ਤਖਤਾਂ ਦੇ ਮਾਲਕ, ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸੁਹਾਵਣੀ ਗੋਦ ਵਿੱਚ ਬੜੇ ਅਦਬ ਸਹਿਤ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸ਼ਾਮ ਦੇ ਦੀਵਾਨਾਂ ਵਿੱਚ ਜੁੜ ਬੈਠੇ ਹੋ। ਭਾਗਾਂ ਭਰਿਆ ਸਮਾਂ ਪ੍ਰਾਪਤ ਹੋਇਆ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਹਜੂਰ ਪਾਤਸ਼ਾਹ ਦੀ ਪਾਵਨ ਜੀਵਨ ਮਹਿਮਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਤੁਲਸਾਂ ਦਾਸੀ ਨੂੰ ਗਿਆਨ ਬਖਸ਼ਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਏ ਭੋਏ ਦੀ ਤਲਵੰਡੀ ਦੇ ਜੰਗਲਾਂ ਵਿੱਚ ਚੌਂਕੜਾ ਲਾ ਕੇ ਬੈਠੇ ਆ। ਇੱਧਰ ਭਾਈ ਮਨਸੁਖ ਸ਼ਾਹੂਕਾਰ, ਜਿਸ ਦਾ ਡੁੱਬਦਾ ਜਹਾਜ਼ ਗੁਰੂ ਨਾਨਕ ਸਾਹਿਬ ਜੀਆਂ ਨੇ ਬੰਨੇ ਲਾਇਆ, ਸ਼੍ਰੀਲੰਕਾ ਦੇ ਤੱਟ ਤੇ ਪਹੁੰਚਿਆ। ਸੰਗਲਾਦੀਪ ਦੀ ਧਰਤੀ ਤੇ ਗੱਡੇ ਭਰ ਭਰ ਕੇ ਆਪਣਾ ਸਮਾਨ ਵੇਚ ਰਿਹਾ ਹੈ। ਇੱਥੋਂ ਦੀ ਰਾਜਧਾਨੀ ਸਾਇਲਨ, ਜਿੱਥੋਂ ਦਾ ਰਾਜਾ ਸੀ ਰਾਜਾ ਸ਼ਿਵਨਾਵ, ਮਨਸੁਖ ਸ਼ਾਹੂਕਾਰ ਨੇ ਉਸ ਨਗਰ ਵਿੱਚ ਕੁਝ ਸਿੱਖਾਂ ਦੇ ਘਰ ਕੋਲ ਜਾ ਕੇ ਆਪਣਾ ਟਿਕਾਣਾ ਕਰ ਲਿਆ। ਹੁਣ ਇੱਥੋਂ ਦਾ ਰਾਜਾ ਬੜਾ ਧਰਮੀ ਤੇ ਆਪਣੇ ਕਰਮ ਦੇ ਵਿੱਚ ਪਰਪੱਕ ਹੈ। ਸਨਾਤਨ ਮਤ ਨੂੰ ਮੰਨਦਾ ਹੈ, ਸਾਲਗ੍ਰਾਮ ਦੀ ਪੂਜਾ ਕਰਦਾ ਹੈ, ਪਰ ਉਹਦੇ ਦੇਸ਼ ਦੇ ਵਿਧੀ ਵਿਧਾਨ ਜੋ ਰਾਜਾ ਖੁਦ ਆਪ ਕਰਦਾ ਹੈ, ਉਹ ਆਪਣੀ ਪ੍ਰਜਾ ਤੇ ਸਖਤ ਹੁਕਮ ਲਾਗੂ ਕਰਦਾ ਹੈ। ਮਨਸੁਖ ਸ਼ਾਹੂਕਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜਿਸ ਦਿਨ ਤੋਂ ਜੁੜਿਆ ਹੈ, ਉਹ ਅੰਮ੍ਰਿਤ ਵੇਲੇ ਜਾਗਣ ਵਾਲਾ ਹੈ, ਬੰਦਗੀ ਕਰਨ ਵਾਲਾ ਹੈ, ਸੇਵਾ ਕਰਨ ਵਾਲਾ ਹੈ, ਗੁਰਸਿੱਖਾਂ ਨੂੰ ਪਿਆਰ ਕਰਦਾ ਹੈ। ਹੁਣ ਜਿਸ ਵੇਲੇ ਇਸ ਨਗਰ ਵਿੱਚ ਆਣ ਪਹੁੰਚਿਆ, ਇੱਥੋਂ ਦੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸੁਣਿਆ। ਆਓ ਸੁਰਤ ਦੀ ਉਡਾਰੀ ਲਾਈਏ, ਪਾਓ ਪ੍ਰੇਮ ਦੀ ਸਾਂਝ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੋਰ ਭਾਈ ਪੰਚਾਮ੍ਰਿਤ ਕਰਕੇ ਕਰ ਅਰਦਾਸ ਪਾਓ ਔਰ ਧਰ ਕੇ। ਲਾਹੌਰ ਸ਼ਹਿਰ ਦਾ ਵਾਸੀ ਭਾਈ ਮਨਸੁਖ ਸ਼ਾਹੂਕਾਰ ਜੋ ਜਾਤ ਦਾ ਬਾਣੀਆ ਹੈ, ਜਿਸ ਵੇਲੇ ਸੰਗਲਾਦੀਪ ਦੀ ਧਰਤੀ ਤੇ ਪਹੁੰਚਿਆ, ਤਕਰੀਬਨ 1 ਤੋਂ 1.5 ਮਹੀਨਾ ਬੰਦਰਗਾਹ ਪੋਰਟ ਉੱਤੇ ਜਹਾਜ਼ ਖੜਿਆ। ਜੋ ਇਹਦੇ ਕੋਲ ਭਾਰਤ ਦੇਸ਼ ਦੇ ਮਸਾਲੇ ਆ, ਕੁਝ ਵਸਤੂਆਂ ਨੇ, ਉਹਨਾਂ ਨੂੰ ਨਗਰ ਨਗਰ ਜਾ ਕੇ ਆਪਣੇ ਹੱਥੀਂ ਆਪ ਵੇਚ ਰਿਹਾ ਹੈ। ਇਸ ਕਰਕੇ ਲੰਮਾ ਸਮਾਂ ਰੁਕਣਾ ਪੈਂਦਾ ਹੈ। ਬੇਸ਼ੱਕ ਸਿੱਖ ਵਪਾਰ ਕਰਦਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦਾ ਹੈ, ਪਰ ਆਪਣੇ ਜੀਵਨ ਦਾ ਬਹੁਤ ਪੱਕਾ ਹੈ। ਅੰਮ੍ਰਿਤ ਵੇਲੇ ਉੱਠਦਾ ਹੈ, ਪਹਿਰ ਰਾਤ ਰਹਿੰਦੀ, ਇਸ਼ਨਾਨ ਕਰਦਾ ਹੈ ਮਨਸੁਖ ਸ਼ਾਹੂਕਾਰ। ਕੁਝ ਸਮਾਂ ਸਿਮਰਨ ਵਿੱਚ ਬਤੀਤ ਕਰਨ ਤੋਂ ਬਾਅਦ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰਕੇ ਵੰਡਦਾ ਹੈ। ਪਰ ਇੱਥੋਂ ਦੇ ਕਾਨੂੰਨ ਦੇ ਵਿੱਚ ਇਹ ਗੱਲ ਫਿੱਟ ਨਹੀਂ ਸੀ ਬਹਿੰਦੀ। ਇੱਥੋਂ ਦਾ ਰਾਜਾ ਵਰਤ ਰੱਖਦਾ ਹੈ। ਉਹ ਕਹਿੰਦਾ ਲੇਟ ਉੱਠੋ, ਲੇਟ ਨਹਾਓ, ਪਹਿਲਾਂ ਠਾਕੁਰ ਦੁਆਰੇ ਜਾਓ ਤੇ ਫਿਰ ਕਿਸੇ ਚੀਜ਼ ਨੂੰ ਭੋਗ ਲਾਓ। ਪਰ ਗੁਰੂ ਕਾ ਸਿੱਖ ਆਪਣੇ ਧਰਮ 'ਚ ਪਰਪੱਕ ਅੰਮ੍ਰਿਤ ਵੇਲੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ
ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਭ ਦੇ ਵਿੱਚ ਵਰਤਾਉਂਦਾ ਏ। ਨਿਕਟ ਨਰਨ ਸਭ ਹੀ ਕੋ ਦੇ ਕੇ, ਬੋਹਰੋ ਆਪ ਅਚੈ ਕਰ ਲੈ ਕੇ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਜਾਣ ਵੇਲੇ ਉਪਦੇਸ਼ ਬਖਸ਼ਿਆ ਸੀ, ਨਾਮ ਜਪੀ ਵੰਡ ਕੇ ਛਕੀ। ਤੇ ਭਾਈ ਮਨਸੁਖ ਸ਼ਾਹੂਕਾਰ ਸਭ ਨੂੰ ਦੇਗ ਵਰਤਾਉਣ ਤੋਂ ਬਾਅਦ ਵਿੱਚੋਂ ਬਚਿਆ ਹੋਇਆ ਕਣਕਾ ਛਕਦਾ। ਅਸਲ ਵਿੱਚ ਗੁਰਮੁਖਾਂ ਦੀ ਪਛਾਣ ਇਹ ਹੈ, ਤੇ ਸਾਡੇ ਵਰਗੇ ਮਸੰਦ ਤੇ ਪਹਿਲਾਂ ਆਪਣੀ ਕੌਲੀ ਭਰ ਕੇ ਰੱਖ ਲੈਂਦੇ ਆ ਵੀ ਕਿਸੇ ਨੂੰ ਮਿਲੇ ਨਾ ਮਿਲੇ ਪਰ ਸਾਡਾ ਢਿੱਡ ਭਰਨਾ ਚਾਹੀਦਾ। ਕਦੇ ਰਹਿਤਨਾਮੇ ਸਤਿਗੁਰਾਂ ਦੇ ਪੜ੍ਹ ਕੇ ਵੇਖਿਓ, ਐਸੇ ਲੋਕਾਂ ਦੇ ਜੀਵਨ ਦੀ ਹਾਲਤ ਕੀ ਹੈ। ਮਰਦ ਕਹਿੰਦੇ ਕਦੇ ਤ੍ਰਿਪਤ ਨਹੀਂ ਹੋ ਸਕਦੇ ਤੇ ਕੁੱਤਿਆਂ ਦੀਆਂ ਜੂਨਾਂ 'ਚ ਪੈਂਦੇ ਆ। ਜੋ ਗੁਰੂ ਕੇ ਲੰਗਰ, ਗੁਰੂ ਕੇ ਪ੍ਰਸ਼ਾਦ ਦਾ ਲਾਲਚ ਕਰਦਾ, ਇਹ ਹਾਲਤ ਹੈ। ਰਹਿਤਨਾਮੇ ਭਾਈ ਚੌਪਾ ਸਿੰਘ ਦੇ ਪੜ੍ਹ ਕੇ ਵੇਖੋ, ਭਾਈ ਧਰਮ ਸਿੰਘ ਦੇ ਪੜ੍ਹ ਕੇ ਵੇਖੋ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਸਿੱਖ ਪਹਿਲੇ ਦਿਨ ਤੋਂ ਹੀ ਵੰਡ ਕੇ ਛਕਦਾ। ਵੰਡਣ ਦਾ ਭਾਵ ਕੀ ਹੈ? ਸਭ ਨੂੰ ਵਰਤਾਉਣ ਤੋਂ ਬਾਅਦ ਜੋ ਬਚਿਆ ਭੋਜਨ ਹੈ ਤੇਰੇ ਲਈ ਅੰਮ੍ਰਿਤ ਸਮਾਨ ਹੈ। ਹੁਣ ਬੜੇ ਲੋਕ ਐਸੇ ਸੀ ਦੂਜੇ ਧਰਮਾਂ ਨਾਲ ਜੁੜੇ, ਉਹਨਾਂ ਵੀ ਆ ਕੇ ਪ੍ਰਸ਼ਾਦ ਲੈ ਜਾਣਾ, ਉਹਨਾਂ ਵੀ ਆ ਕੇ ਛਕ ਲੈਣਾ, ਪਰ ਛਕਣਾ ਵੀ ਤੇ ਨਿੰਦਿਆ ਵੀ ਕਰਨੀ। ਇਹ ਜ਼ਮਾਨੇ ਦਾ ਦਸਤੂਰ ਹੈ। ਜਿਸ ਥਾਲ ਵਿੱਚ ਖਾਣਾ ਹੈ ਉਸੇ ਵਿੱਚ ਛੇਕ ਕਰਨਾ ਹੈ। ਖਾਸ ਕਰਕੇ ਦੁਨੀਆ ਦੀ ਇਹ ਹਾਲਤ ਹੈ। ਹੁਣ ਮਨਸੁਖ ਸ਼ਾਹੂਕਾਰ ਕੋਲ ਰੋਜ਼ ਆ ਕੇ ਕੜਾਹ ਛਕਣ ਵਾਲੇ, ਪ੍ਰਸ਼ਾਦ ਛਕਣ ਵਾਲੇ ਅੰਦਰ ਖਾਤੇ ਨਿੰਦਿਆ ਕਰਦੇ ਨੇ। ਅਸ ਪ੍ਰਕਾਰ ਨਿਤਨੇਮ ਨਿਵਾਹੈ, ਬਨਜ ਕਰੇ ਪੁਨ ਪਾਵਤ ਲਾਹੈ। ਪਰ ਸਿੱਖ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਪੈਂਦਾ। ਉਹ ਕਹਿੰਦਾ ਇਹਨਾਂ ਦਾ ਕਰਮ ਹੈ ਨਿੰਦਿਆ ਤੇ ਚੁਗਲੀ ਕਰਨੀ, ਮੇਰਾ ਕਰਮ ਇਹਨਾਂ ਦੀਆਂ ਗੱਲਾਂ ਸੁਣਨਾ ਥੋੜੀ ਹੈ। ਉਹ ਆਪਣਾ ਵਪਾਰ ਕਰਦਾ ਹੈ, ਆਪਣਾ ਵਣਜ ਕਰਦਾ ਹੈ, ਨਾਮ ਜਪਦਾ, ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਅੱਗੇ ਵੰਡਦਾ। ਕਹਿੰਦੇ ਜਿਉਂ-ਜਿਉਂ ਸਿੱਖ ਪਰਿਵਾਰ ਸੀ ਭਾਈ ਮਨਸੁਖ ਦੇ ਨੇੜੇ ਆਏ, ਨਿਡਰ ਹੋਣੇ ਸ਼ੁਰੂ ਹੋ ਗਏ, ਡਰ ਘਟਣਾ ਸ਼ੁਰੂ ਹੋ ਗਿਆ। ਕਦੇ ਉਹ ਰਾਜੇ ਤੋਂ ਡਰਦੇ ਸੀ, ਸਾਡਾ ਰਾਜਾ ਧਰਮੀ ਹੈ, ਸਾਨੂੰ ਫਾਹੇ ਲਾ ਦੇਗਾ। ਪਰ ਇੱਕ ਦਲੇਰ ਸਿੱਖ ਦੀ ਸੰਗਤ ਕਰਕੇ ਉਹ ਵੀ ਸੰਗਤ ਵਿੱਚ ਬੈਠਣ ਲੱਗ ਪਏ। ਸੰਧਿਆ ਹੋਈ ਤਬਹਿ ਗੁਰਬਾਨੀ, ਪੜ੍ਹੇ ਪ੍ਰੀਤ ਕਰ ਕੈ ਸੁਖ ਮਾਨੀ। ਹੁਣ ਸ਼ਾਮ ਦਾ ਵੇਲਾ ਹੋਣਾ, ਰੂਟੀਨ ਦੇ ਵਿੱਚ ਭਾਈ ਮਨਸੁਖ ਸੋਦਰ ਦਾ ਜਾਪ ਕਰਦਾ। ਹੁਣ ਕੋਈ ਸਵਾਲ ਕਰ ਸਕਦਾ ਜੀ ਉਦੋਂ ਤੇ ਰਹਿਰਾਸ ਸਾਹਿਬ ਹੋਂਦ ਵਿੱਚ ਨਹੀਂ ਸੀ ਆਈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਰਹਿਰਾਸ ਦਾ ਵੇਲਾ ਕਿਸੇ ਸਿੱਖ ਨੇ ਨਹੀਂ ਖੁਝਾਇਆ। ਜਿਉਂ-ਜਿਉਂ ਗੁਰੂ ਸਾਹਿਬ ਅੱਗੇ ਰੂਪ ਧਾਰਨ ਕਰਦੇ ਗਏ, ਸਰੀਰਾਂ ਕਰਕੇ ਬਾਣੀ ਰਚਦੇ ਗਏ, ਉਵੇਂ ਰਹਿਰਾਸ ਵਿੱਚ ਸ਼ਬਦ ਐਡ ਹੁੰਦੇ ਗਏ। ਪਹਿਲਾਂ ਪਹਿਲੇ ਪਾਤਸ਼ਾਹ ਜੀ ਦੇ ਸ਼ਬਦ ਸਿੱਖ ਗਾਉਂਦੇ ਸੀ। ਰਹਿਰਾਸ ਦਾ ਭਾਵ ਕੀ ਹੈ? ਬੋਲ ਕੇ ਗਾਉਣਾ ਤੇ ਸੰਗਤ ਨੂੰ ਸੁਣਾਉਣਾ। ਇਹ ਹੈ ਗੁਰੂ ਕੇ ਸਿੱਖ ਦੀ ਰਹਿਰਾਸ। ਭਾਈ ਮਨਸੁਖ ਨੇ ਰਹਿਰਾਸ ਕਰਨੀ, ਉਹਦੇ ਨਾਲ ਦੇ ਜਿਹੜੇ ਵਰਕਰ ਸੀ ਸ਼ਿਪ ਤੇ ਕੰਮ ਕਰਨ ਵਾਲੇ, ਉਹਨਾਂ ਸੁਣਨੀ, ਤੇ ਇੱਕ ਸਤਸੰਗ ਹੋ ਜਾਂਦੀ ਸੀ। ਹੁਣ ਰਾਜੇ ਦਾ ਸ਼ਹਿਰ ਹੈ ਸ਼ਿਵਨਾਭ ਦਾ, ਤੇ ਇਕਾਦਸ਼ੀ ਦਾ ਦਿਨ ਆਉਣ ਵਾਲਾ ਜਿਸ ਦਿਨ ਵਰਤ ਰੱਖਿਆ ਜਾਣਾ। ਪਰ ਗੁਰੂ ਕੇ ਸਿੱਖ ਦਾ ਤੇ ਇੱਕੋ ਮਕਸਦ ਸੀ ਵੀ ਘੱਟ ਛਕੋ, ਘੱਟ ਬੋਲੋ, ਘੱਟ ਸੋਵੋ। ਪਰ ਇੱਥੋਂ ਦਾ ਵਿਧਾਨ ਕਹਿੰਦਾ ਸੀ ਮਹੀਨੇ ਵਿੱਚ ਇੱਕ ਖਾਸ ਦਿਨ ਭੁੱਖੇ ਰਹਿਣਾ ਪੈਣਾ। ਬੜਿਆਂ ਨੇ ਕਿਹਾ ਮਨਸੁਖ ਜੀ ਜਿਹੜੀ ਰੋਜ਼ ਦੇਗ ਬਣਦੀ ਹੈ ਫਿਰ ਵਰਤ ਵਾਲੇ ਦਿਨ ਕੀ ਕਰੋਗੇ? ਕਹਿੰਦਾ ਗੁਰੂ ਕੇ ਪਿਆਰਿਆਂ ਦੀ ਬਣਦੀ ਹੋ ਰਹਿਣੀ ਹੈ। ਉਦੋਂ ਖਾਲਸਾ ਹੋਂਦ ਵਿੱਚ ਨਹੀਂ ਸੀ ਆਇਆ, ਐਡੀ ਬੇਪਰਵਾਹੀ ਨਹੀਂ ਸੀ। ਕਹਿੰਦੇ ਕੋਈ ਗੱਲ ਨਹੀਂ, ਇਹ ਕੜਾਹ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦੇ ਦਰ ਦਾ ਏ, ਇਹ ਸਦਾ ਬਣਦਾ ਹੀ ਰਹਿਣਾ ਏ। ਸ਼੍ਰੀ ਨਾਨਕ ਕੀ ਮੂਰਤ ਧਿਆਨਾ, ਦੋਨੋਂ ਕਾਲ ਧਰੇ ਦੁਖੇ ਹਨਾ। ਬੜਾ ਪਿਆਰਾ ਸਿੱਖ ਹੈ ਸਤਿਗੁਰਾਂ ਦਾ। ਮੁਲਾਕਾਤ ਗੁਰੂ ਨਾਨਕ ਸਾਹਿਬ ਜੀ ਨਾਲ ਕਈ ਵਾਰ ਹੋ ਚੁੱਕੀ ਹੈ। ਸਤਿਗੁਰਾਂ ਦੇ ਪਿਆਰ ਵਿੱਚ ਹੀ ਜੁੜਿਆ ਰਹਿੰਦਾ। ਜੁੜੇ ਵੀ ਕਿਉਂ ਨਾ, ਜਿਹਦਾ ਡੁੱਬਦਾ ਜਹਾਜ਼ ਗੁਰੂ ਸਾਹਿਬ ਨੇ ਆਪ ਪਾਰ ਲਾਇਆ। ਕਿੱਡੀ ਭਾਵਨਾ ਹੋਣੀ, ਉਹ ਕਿੱਡੇ ਚੰਗੇ ਕਰਮ ਭਾਈ ਮਨਸੁਖ ਦੇ ਹੋਣੇ ਜਿਹਨੇ ਬਾਬਾ ਗੁਰੂ ਨਾਨਕ ਸਾਹਿਬ ਨੂੰ ਆਪਣੇ ਕਰ ਕਮਲਾਂ ਨਾਲ ਛੂਹਿਆ। ਰੋਜ਼ ਪਿਆਰ 'ਚ ਬਹਿੰਦਾ ਏ। ਗੁਰੂ ਨਾਨਕ ਸਾਹਿਬ ਨਜ਼ਰ ਆਉਂਦੇ ਆ, ਸਤਿਗੁਰਾਂ ਦੇ ਨਾਲ ਚੌਂਕੜਾ ਲਾ ਕੇ ਬਚਨ ਕਰਦਾ। ਅੱਜ ਵੀ ਸਿੱਖ ਬਚਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ, ਜਿਨ੍ਹਾਂ ਦੀ ਬਾਣੀ ਸ਼ੁੱਧ ਹੈ ਨਾ, ਉਹ ਗੁਰੂ ਨਾਲ ਰੋਜ਼ ਗੱਲਾਂ ਕਰਦੇ ਆ। ਜਿਹਨੂੰ ਬਾਣੀ ਸ਼ੁੱਧ ਪੜ੍ਹਨੀ ਨਹੀਂ ਆਉਂਦੀ, ਉਹ ਆਖੇ ਮੈਂ ਗੱਲਾਂ ਕਰਦਾ। ਹੁਣ ਇੱਕ ਬੋਲੇ ਫਰੈਂਚ ਤੇ ਦੂਜਾ ਬੋਲੇ ਹਿੰਦੀ, ਸਮਝ ਆਊ? ਜਦੋਂ ਸ਼ੁੱਧਤਾ ਹੀ ਹੈ ਨਹੀਂ ਕੋਲੇ, ਗੱਲਾਂ ਵੀ ਉਹ ਕਰ ਸਕਦਾ ਹੈ
ਜਿਹਦੇ ਕੋਲ ਗੱਲਾਂ ਕਰਨ ਦਾ ਚੱਜ ਹੋਵੇ। ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਉਹ ਕਰਦਾ ਜਿਹਦੀ ਬਾਣੀ ਸ਼ੁੱਧ ਹੋਵੇ, ਉਚਾਰਨ ਸ਼ੁੱਧ ਹੋਵੇ। ਤੇ ਗੁਰੂ ਦੀ ਗੋਦ ਵਿੱਚ ਬੈਠਾ ਸਿੱਖ ਜਦੋਂ ਬਾਣੀ ਪੜ੍ਹਦਾ, ਸਤਿਗੁਰ ਇੱਕ ਇੱਕ ਅਰਥ ਆਪ ਸਮਝਾਉਂਦੇ ਆ। ਅੱਜ ਵੀ ਬੋਲਦੇ ਆ ਗੁਰੂ ਸਾਹਿਬ, ਪਰ ਬੁਲਾਉਣ ਵਾਲਾ ਚਾਹੀਦਾ। ਹੁਣ ਇੱਥੇ ਮਨਸੁਖ ਸ਼ਾਹੂਕਾਰ ਰੋਜ਼ ਗੱਲਾਂ ਗੁਰੂ ਨਾਨਕ ਸਾਹਿਬ ਨਾਲ ਕਰਦਾ ਹੈ। ਕਹਿੰਦੇ ਉਹਨੂੰ ਲਾਲਚ ਨਹੀਂ ਸੀ ਆਪਣੇ ਵਪਾਰ ਦਾ, ਉਹ ਇੱਕ ਲੋਕਾਂ ਚਾਰੂ ਵਪਾਰ ਕਰਦਾ ਵੀ ਚਲੋ ਕੰਮ ਹੈ, ਬਿਜ਼ਨਸ ਹੈ, ਕਰਨਾ ਚਾਹੀਦਾ। ਲਾਲਚ ਨਹੀਂ ਸੀ, ਤਮਾ ਨਹੀਂ ਸੀ। ਹੁਣ ਇਹੀ ਗੱਲ ਬਾਕੀ ਵਪਾਰੀਆਂ ਨੂੰ ਕਿੱਥੇ ਚੰਗੀ ਲੱਗਦੀ ਹੈ ਵੀ ਜਿਸ ਵੇਲੇ ਇਹਦਾ ਜਹਾਜ਼ ਬੰਦਰਗਾਹ ਤੇ ਲੱਗਦਾ ਹੈ, ਪੋਰਟ ਤੇ ਲੱਗਦਾ ਹੈ, ਲੋਕੀ ਭੱਜੇ ਜਾਂਦੇ ਆ ਵੀ ਸਮਾਨ ਇਹਦੇ ਕੋਲੋਂ ਲੈਣਾ, ਕਿਉਂਕਿ ਉਹ ਸੱਚਾ ਸੁੱਚਾ ਇਨਸਾਨ ਹੈ। ਬੇਈਮਾਨੀ ਠੱਗੀ ਠੋਰੀ ਉਹਦੇ ਖੂਨ ਵਿੱਚ ਨਹੀਂ। ਇਸੇ ਕਰਕੇ ਉਹਦੀ ਹਰ ਵਸਤੂ ਸੋਨੇ ਦੇ ਭਾਅ ਵਿਕਦੀ ਹੈ, ਤੇ ਜੇ ਕੋਈ ਲੋੜਵੰਦ ਆਉਂਦਾ ਦੇ ਵੀ ਦਿੰਦਾ ਏ। ਹੁਣ ਮਨਸੁਖ ਸ਼ਾਹੂਕਾਰ ਦਾ ਸਮਾਂ ਸਤਿਗੁਰਾਂ ਦੇ ਪਿਆਰ ਵਿੱਚ ਬਤੀਤ ਹੁੰਦਾ ਏ। ਇਸ ਕੀ ਰੀਤ ਦੇਖ ਨਰਪੁਰ ਕੇ, ਤਰਕਤ ਮੂੜ ਅਸੂਆ ਕਰਕੇ। ਇਸ ਇਲਾਕੇ ਦੇ ਜਿਹੜੇ ਲੋਕ ਸੀ, ਮੈਂ ਕੱਲ ਵੀ ਬੇਨਤੀ ਕੀਤੀ ਆ ਵੀ ਸ਼੍ਰੀਲੰਕਾ, ਨੇਪਾਲ ਤੇ ਭੂਟਾਨ ਦਾ ਜਿੰਨਾ ਇਲਾਕਾ ਨਾ, ਇਹ ਪਹਿਲਾਂ ਸੀ ਬੁੱਧਿਸਟ, ਬੁੱਧ ਧਰਮ ਨੂੰ ਮੰਨਦੇ ਸੀ। ਜਿਵੇਂ ਆ ਥਾਈਲੈਂਡ ਦਾ ਇਲਾਕਾ ਆ ਜਾਂਦਾ, ਆਪਣੇ ਏਸ਼ੀਆ ਦਾ ਸਾਰਾ। ਹੌਲੀ ਹੌਲੀ ਇਹ ਧਰਮ ਜਜ਼ਬ ਕੀਤਾ ਗਿਆ। ਅੱਜ ਬੁੱਧ ਧਰਮ ਲੱਭਦਾ ਕਿਤੇ, ਸਨਾਤਨ ਮਤ ਦਾ ਰੂਪ ਹੋ ਗਿਆ। ਜੇ ਸਾਡੇ ਸਿੱਖਾਂ ਦੀ ਆਹੀ ਹਾਲ ਰਹੇ, ਆਪਾਂ ਵੀ ਜੈ ਮਾਤਾ ਦੀ ਕਰਿਆ ਕਰਨਾ। ਜੇ ਸਾਡੇ ਹਾਲ ਰਹੇ ਆ, ਜੋ ਚੱਲ ਰਹੇ ਆ ਨਾ ਅੱਜ ਅਜੋਕੇ ਸਮੇਂ 'ਚ, ਵਰਤ ਜੇ ਰੱਖਣੇ, ਜੋ ਕੁਝ ਵੀ ਹੈ, ਸਾਡੇ ਉਹੀ ਲੱਛਣ ਨੇ। ਗੁਰੂ ਕਿਰਪਾ ਕਰੇ ਸਾਨੂੰ ਕਿਤੇ ਸੋਝੀ, ਕਿਤੇ ਮਤ ਆ ਜੇ, ਕਿਤੇ ਸਮਝ ਆ ਜੇ ਗੁਰੂ ਦੇ ਬਚਨਾਂ ਦੀ। ਹੁਣ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸੀ, ਉਹ ਸੁਭਾਵਿਕ ਗੱਲ ਸੀ, ਈਰਖਾ ਕਰਦੇ ਇੱਕ ਦੂਜੇ ਨਾਲ। ਕਹਿੰਦੇ ਮਨਸੁਖ ਸ਼ਾਹੂਕਾਰ ਉਹਨਾਂ ਨੂੰ ਹੱਸਦਾ ਚੰਗਾ ਹੀ ਨਹੀਂ ਲੱਗਦਾ। ਇੰਨੀ ਈਰਖਾ, ਇੰਨਾ ਸਾੜਾ। ਪਿੰਡ ਦੇ ਚੌਧਰੀ ਜਿਹੜੇ ਇਲਾਕੇ ਦੇ ਸੀ, ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਰਾਜੇ ਕੋਲ ਸ਼ਿਕਾਇਤ ਕਰੋ ਇਸ ਬੰਦੇ ਦੀ। ਕਹਿੰਦੇ ਇਹ ਅਧਰਮੀ ਬੰਦਾ ਹੈ, ਮਤਲਬ ਪਾਪੀ। ਇਹ ਸੁਭਾਵਿਕ ਹੈ। ਮੁਸਲਮਾਨ ਹਰੇਕ ਨੂੰ ਕਹਿ ਦਿੰਦੇ ਆ ਵੀ ਜੇ ਮੁਸਲਮਾਨ ਨਹੀਂ, ਕਹਿੰਦੇ ਕਾਫਰ ਹੈ। ਹਿੰਦੂ ਨੂੰ ਪੁੱਛੋ, ਉਹ ਲੋਕਾਂ ਨਾਲ ਲੜਦਾ ਫਿਰਦਾ ਹੈ, ਕਹਿੰਦਾ ਇਹ ਬੰਦਾ ਨਹੀਂ ਹੈ, ਇਹ ਬੇਗੈਰਤ ਹੈ, ਧਰਮੀ ਨਹੀਂ ਹੈ। ਤੇ ਅੱਜ ਮੈਂ ਕਹਿੰਦਾ ਸਾਡੇ ਹਾਲ ਵੀ ਸਿੱਖਾਂ ਦੇ ਆਈ ਹੋਏ ਪਏ ਆ। ਪਰ ਗੁਰੂ ਸਾਹਿਬ ਨੇ ਤੇ ਸਾਨੂੰ ਇੰਨਾ ਉੱਚਾ ਸੁੱਚਾ ਬਣਾਇਆ, ਸਾਡੇ ਅੰਦਰ ਕਿਸੇ ਪ੍ਰਤੀ ਈਰਖਾ ਹੀ ਕੋਈ ਨਹੀਂ, ਨਫ਼ਰਤ ਕੋਈ ਨਹੀਂ, ਵੈਰ ਕੋਈ ਨਹੀਂ। ਪਰ ਜਦੋਂ ਅਸੀਂ ਆਪਣੇ ਤਲ ਤੇ ਵੇਖਦੇ ਹਾਂ, ਧਰਮਾਂ ਦੀ ਤੇ ਗੱਲ ਛੱਡੋ, ਉਹ ਮੈਂ ਕਹਿੰਦਾ ਸਿੱਖ ਨੂੰ ਸਿੱਖ ਵੇਖ ਕੇ ਨਹੀਂ ਜਰਦਾ। ਆਖੋ ਸਤਨਾਮ। ਹਾਏ ਹਾਏ, ਇਹਨੇ ਅੰਮ੍ਰਿਤ ਕਿਉਂ ਛਕ ਲਿਆ, ਇਹ ਪਾਠ ਇੰਨਾ ਕਿਉਂ ਕਰ ਲੈਂਦਾ ਹੈ, ਇੰਨੀ ਸੇਵਾ ਕਿਉਂ ਕਰਦਾ ਹੈ। ਸਾਡਾ ਤੇ ਆਪਸ 'ਚ ਹੀ ਜੂੰਡ ਪਟਾਈ ਕੰਮ ਚੱਲੀ ਜਾਂਦਾ ਹੈ, ਡਾਂਗੋ ਡਾਂਗੀ ਹੋਏ ਫਿਰਦੇ ਆ। ਪਰ ਕਿਤੇ ਉਹ ਲੋਕਾਂ ਦੇ ਧਰਮਾਂ ਨਾਲ ਨਫ਼ਰਤ ਕਰਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ, ਕਿਸੇ ਨਾਲ ਵੀ। ਅਸੂਲ ਹੋਰ ਚੀਜ਼ ਹੁੰਦੀ ਹੈ, ਨਫ਼ਰਤ ਹੋਰ ਚੀਜ਼ ਹੈ। ਅਸੂਲ ਇਹ ਹੈ, ਜਿਵੇਂ ਅਸੂਲ ਹੈ ਸਾਡੇ ਬਾਪੂ ਗੁਰੂ ਗ੍ਰੰਥ ਸਾਹਿਬ ਨੇ, ਅਸੀਂ ਆਪਣੇ ਬਾਪ ਨੂੰ ਬਾਪ ਕਹਿਣਾ, ਦੂਜੇ ਨੂੰ ਕਿਵੇਂ ਕਹਿ ਦਈਏ, ਇਹ ਅਸੂਲ ਹੈ ਸਾਡੇ ਧਰਮ ਦਾ। ਤੇ ਕਈ ਬੇਅਸੂਲੇ ਲੋਕ ਨੇ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਗੁਰਦੁਆਰੇ ਆਏ ਉੱਥੇ ਮੱਥਾ ਟੇਕ ਲਿਆ, ਮਸਜਿਦ ਗਏ ਉੱਥੇ ਅੱਲਾਹੂ ਅਕਬਰ, ਗਿਰਜਾ ਘਰ ਚਲੇ ਗਏ ਉੱਥੇ ਕਹਿੰਦੇ ਚੱਲ ਛਟਾਂਕ ਵਾਈਨ ਲੈ ਲਈਏ, ਪ੍ਰਸ਼ਾਦ ਹੀ ਹੈ। ਹੁੰਦੇ ਆ ਲੋਕ ਇੱਦਾਂ ਦੇ, ਬਹੁਤ ਜ਼ਿਆਦਾ ਲੋਕ ਨੇ। ਪਰ ਉਸ ਵੇਲੇ ਕਹਿੰਦੇ ਲੋਕਾਂ ਨੇ ਇੰਨੀ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਪਤਾ ਮਨਸੁਖ ਸ਼ਾਹੂਕਾਰ ਨੂੰ ਵੀ ਲੱਗ ਗਿਆ ਵੀ ਅਸੀਂ ਵੀ 4 ਦਿਨਾਂ ਦੇ ਪ੍ਰਾਹੁਣੇ ਆ ਇੱਥੇ। ਈਰਖਾ ਕਿਹੜੀ ਗੱਲ ਤੋਂ? ਕਹਿੰਦੇ ਇਹ ਪਾਪੀ ਬੰਦਾ ਹੈ। ਹੁਣ ਮੰਨ ਲਓ ਕੋਈ ਸਿੱਖ ਧਰਮ ਨੂੰ ਫੋਲੋ ਸਿੱਖਾਂ ਦੇ ਘਰੇ ਜੰਮ ਕੇ ਨਹੀਂ ਕਰਦਾ, ਤੇ ਸਾਡੇ ਲੋਕ ਨਜ਼ਰੀਆ ਕੀ ਰੱਖਦੇ ਆ, ਕਹਿੰਦੇ ਮਨਮੁਖ ਬੰਦਾ ਯਾਰ, ਇਹ ਤੇ ਕੋਈ ਬੰਦਾ ਹੈ। ਸਾਡੀਆਂ ਇਹਨਾਂ ਚੀਜ਼ਾਂ ਨੇ ਸਾਡੇ ਧਰਮ ਨੂੰ ਅੱਗੇ ਵਧਣ ਨਹੀਂ ਦਿੱਤਾ। ਅੱਜ ਐਡੇ ਮਾੜੇ ਹਾਲਾਤ ਸਾਡੇ ਸਿਸਟਮ ਦੇ ਨੇ। ਕੋਈ ਬੱਚਾ ਗਲਤੀ ਨਾਲ ਗੁਰਦੁਆਰੇ ਨੰਗੇ ਸਿਰ ਆ ਜੇ, ਮੈਂ ਕਹਿੰਦਾ ਬਰਛੇ ਵਾਲਾ ਇਦਾਂ ਪੈਂਦਾ ਜਿੱਦਾਂ ਕਿਤੇ ਉਸ ਬੰਦੇ ਨੇ ਕਤਲ ਕੀਤਾ ਹੋਵੇ ਕਿਸੇ ਦਾ। ਤੇ ਬੱਚਾ ਕਹਿੰਦਾ 1 2 3 ਗਲਤੀ ਨਾਲ ਆ ਗਏ, ਅੱਜ ਤੋਂ ਬਾਅਦ ਨਹੀਂ ਆਉਂਦੇ। ਜਦ ਕਿ ਉਹਨਾਂ ਨੂੰ ਪਿਆਰ ਨਾਲ ਲੈ ਕੇ ਆਉਣਾ ਸੀ, ਪਿਆਰ ਨਾਲ ਡੀਲ ਕਰਨਾ ਸੀ। ਪਿਆਰ ਜੇ ਅੰਦਰ ਹੋਊਗਾ ਤੇ ਵਰਤਾਂਗੇ। ਹਉਮੈ ਭਰੀ ਅੰਦਰ, ਗੋਡੇ ਗੋਡੇ ਆਕੜ ਭਰੀ ਹੈ। ਹੁਣ ਮਨਸੁਖ ਸ਼ਾਹੂਕਾਰ ਦਾ ਜੀਵਨ ਇੰਨੀ ਨਿਮਰਤਾ ਵਾਲਾ, ਕਹਿੰਦੇ ਨਾਲ ਦੇ ਲੋਕਾਂ ਨੇ ਨਿੰਦਿਆ ਕਰਨੀ ਸ਼ੁਰੂ ਕਰਤੀ, ਵੈਰ ਵਧਾ ਲਿਆ ਜੀ। ਕਹਿੰਦੇ ਦਾ ਸਮਾਨ ਨਹੀਂ ਵਿਕਣ ਦੇਣਾ, ਬੰਦਾ ਹੀ ਕਰ ਸਕਦਾ, ਈਰਖਾ ਦਾ ਸੜਿਆ। ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨੂੰ ਦੁਖੀ ਕਰਨਾ ਚਾਹੁੰਦੇ ਆ, ਦੁਖੀ ਹੁੰਦਾ ਹੀ ਨਹੀਂ, ਇਹ ਹੱਸਦਾ ਹੀ ਰਹਿੰਦਾ ਏ। ਮਨਸੁਖ ਸ਼ਾਹੂਕਾਰ ਵਾਸਤੇ ਕਈ ਮੁਸੀਬਤਾਂ ਉਹਨਾਂ ਲੋਕਾਂ ਨੇ ਬਣਾਈਆਂ। ਉਹ ਕੌਣ ਨੇ? ਉਸ ਵੇਲੇ ਸਾਲਗ੍ਰਾਮ ਦੀ ਪੂਜਾ ਕਰਨ ਵਾਲੇ ਕੁਝ ਸਨਾਤਨੀ ਲੋਕ, ਕਿਉਂਕਿ ਉਦੋਂ ਹਿੰਦੂ ਨਾਮ ਪ੍ਰਚਲਿਤ ਨਹੀਂ ਸੀ, ਸਨਾਤਨ ਸੀ। ਤੇ ਸਨਾਤਨ ਮਤ ਦੇ ਲੋਕ ਮਨਸੁਖ ਸ਼ਾਹੂਕਾਰ ਨੂੰ ਮਾੜਾ ਕਹਿੰਦੇ ਆ,
ਵੀ ਇਹ ਸਾਡੇ ਦੇਸ਼ ਵਿੱਚ ਰਹਿ ਕੇ ਸਾਡੇ ਧਰਮ ਦੀ ਖਿਲਾਫਤ ਕਰਦਾ ਹੈ, ਜਦ ਕਿ ਉਹਨੇ ਖਿਲਾਫਤ ਨਹੀਂ ਕੀਤੀ। ਉਹ ਕਹਿੰਦਾ ਸੱਚ ਇਹ ਹੈ, ਸੱਚ ਖਿਲਾਫਤ ਨਹੀਂ ਹੁੰਦੀ, ਖਿਲਾਫਤ ਉਹ ਹੈ ਤੁਸੀਂ ਸੱਚ ਵੀ ਨਹੀਂ ਬੋਲਦੇ, ਉਸ ਚੀਜ਼ ਨੂੰ ਮੰਨ ਵੀ ਅੰਦਰੋਂ ਅੰਦਰ ਰਹੇ ਹੋ ਤੇ ਲੋਕਾਂ ਚਾਰੂ ਨਿੰਦਿਆ ਭੰਡੀ ਪ੍ਰਚਾਰ। ਉਹਨੂੰ ਕਹਿੰਦੇ ਖਿਲਾਫਤ, ਉਹਨੂੰ ਕਹਿੰਦੇ ਨਿੰਦਿਆ, ਉਹ ਹੈ ਸਾੜਾ। ਪਰ ਗੁਰੂ ਕਾ ਸਿੱਖ ਤੇ ਸਭ ਦਾ ਸਤਿਕਾਰ ਕਰਦਾ ਸੀ। ਉਹ ਖਰੀ ਗੱਲ ਕਹਿੰਦਾ ਸੀ ਵੀ ਮੇਰਾ ਬਾਪੂ ਗੁਰੂ ਨਾਨਕ ਹੈ, ਮੈਂ ਕਿਸੇ ਹੋਰ ਤੋਂ ਆਸ ਕਿਉਂ ਰੱਖਾਂ। ਪਰ ਦੂਜੇ ਲੋਕ ਮਨਸੁਖ ਸ਼ਾਹੂਕਾਰ ਦੀ ਨਿੰਦਿਆ ਰੋਜ਼ ਚਿੱਠੀਆਂ ਪਾ ਪਾ ਕੇ ਰਾਜੇ ਸ਼ਿਵਨਾਭ ਕੋਲ ਭੇਜਣ ਲੱਗ ਗਏ। ਰਾਜੇ ਦੇ ਧਿਆਨ 'ਚ ਆ ਗਿਆ ਵੀ ਕੋਈ ਬਾਹਰੋਂ ਵਪਾਰੀ ਆਇਆ ਹੈ, ਉਹ ਸਾਡੇ ਧਰਮ ਦੇ ਵਿਰੁੱਧ ਬੋਲਦਾ। ਬਾਕੀ ਤੇ ਗੱਲਾਂ ਬਣਦੀਆਂ ਹੁੰਦੀਆਂ, ਸਾਹਿਬਜ਼ਾਦਿਆਂ ਦਾ ਕੀ ਕਸੂਰ ਸੀ, ਪਰ ਸਭਾ ਦੇ ਵਿੱਚ ਕਿੰਨੇ ਕਸੂਰ ਕੱਢੇ ਗਏ। ਇਹਨਾਂ ਦੇ ਬਾਪੂ ਬਾਗੀ ਨੇ, ਇਹ ਸੱਪਾਂ ਦੇ ਪੁੱਤ ਨੇ, ਇਹ ਤਿੱਖੀਆਂ ਸੂਲਾਂ ਨੇ, ਜੇ ਇਹਨਾਂ ਨੂੰ ਛੱਡ ਦਾਂਗੇ ਇਦਾਂ ਕਰ ਦੇਣਗੇ। ਕੌਣ ਸੀ? ਆਪੇ ਜੱਜ, ਆਪੇ ਵਕੀਲ। ਜਿਹਦੇ ਕੋਲ ਸਿਆਸਤ ਹੋਵੇ, ਜਿਸ ਧਰਮ ਦੇ ਕੋਲੇ ਰਾਜਨੇਤਾ ਬਣ ਜਾਣ, ਪਾਵਰ ਆ ਜੇ, ਉਹ ਧਰਮ ਕਦੇ ਕਿਸੇ ਨੂੰ ਬੰਦਾ ਸਮਝਦਾ ਹੈ? ਦੂਰ ਦੀ ਗੱਲ ਛੱਡੋ, ਆਪਣੇ ਭਾਰਤ ਦੇ ਹਾਲ ਅੱਜ ਕੀ ਚੱਲਦੇ ਤੁਹਾਡੇ ਸਾਹਮਣੇ ਹੈ। ਜਿਹੜਾ ਮਰਜ਼ੀ ਟੀਵੀ ਲਾ ਲਓ, ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ, ਹੋਰ ਹੈ ਕੀ ਹੈ? ਕਿੱਥੇ ਫਸੀ ਪਈ ਦੁਨੀਆ? ਕੋਈ ਚੰਨ ਤੇ ਘਰ ਬਣਾਉਣ ਨੂੰ ਫਿਰਦਾ, ਕੋਈ ਮੰਗਲ ਗ੍ਰਹਿ ਤੇ ਫਿਰਦਾ, ਕੋਈ ਦੂਜੀਆਂ ਗਲੈਕਸੀਆਂ 'ਚ ਜਾਣ ਨੂੰ ਫਿਰਦਾ, ਤੇ ਅਸੀਂ ਕਿੱਥੇ ਸਿੰਘ ਫਸਾਉਂਦੇ ਫਿਰਦੇ ਹਾਂ। ਧਰਮ ਤੇ ਕਹਿੰਦੇ ਸੀ ਰਲ ਮਿਲ ਕੇ ਰਹੋ, ਰੱਬ ਦਾ ਨਾਮ ਜਪੋ, ਸ਼ੁਕਰ ਸ਼ੁਕਰ ਕਰੋ। ਕੋਈ ਅਸੀਂ ਕਹਿੰਦੇ ਅਸੀਂ ਜਿਉਣ ਨਹੀਂ ਦੇਣਾ ਕਿਸੇ ਨੂੰ, ਅਸੀਂ ਉਹ ਰਹਿਣਾ ਔਰੰਗਜ਼ੇਬ ਵਾਂਗੂ। ਪਰ ਉਸ ਵੇਲੇ ਜਦੋਂ ਮਨਸੁਖ ਸ਼ਾਹੂਕਾਰ ਨੇ ਸੁਣਿਆ, ਸਾਥੀ ਕਹਿੰਦੇ ਜੀ ਆਪਾਂ ਨੂੰ ਇਹ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ। ਉਹ ਕਹਿੰਦਾ ਨਹੀਂ, ਅਸੀਂ ਝੁਕਣਾ ਨਹੀਂ ਕਿਸੇ ਅੱਗੇ, ਜਦ ਤੱਕ ਸੱਚੇ ਆ, ਜਦੋਂ ਤੱਕ ਸਾਹ ਏ, ਆਪਣਾ ਨੇਮ ਨਿਭਾਉਣਾ ਏ। ਮੁਖ ਸੋਹਸੇ ਬਚਨ ਕਹਿ ਨਿੰਦਾ, ਸ਼ੁਭ ਮਾਰਕ ਕੀ ਗਤ ਨਹਿ ਬਿੰਦੈ। ਹੁਣ ਹੌਲੀ ਹੌਲੀ ਨਿੰਦਿਆ ਦਾ ਸਤਾਰ ਇੰਨਾ ਵਧਿਆ, ਲੋਕੀ ਕਹਿੰਦੇ ਇਹ ਸਾਡੇ ਧਰਮ ਦੀ ਨਿੰਦਿਆ ਕਰਦਾ ਹੈ, ਇਹਨੂੰ ਨਾ ਅਕਲ ਹੈ, ਨਾ ਸਮਝ ਹੈ, ਨਾ ਮਤ ਹੈ, ਇਹ ਆਪਣੇ ਹੀ ਪਖੰਡ ਕਰੀ ਜਾਂਦਾ। ਸਵੇਰੇ ਉੱਠ ਕੇ ਨਹਾ ਲੈਂਦਾ ਹੈ, ਕਿਉਂਕਿ ਰਾਜਾ ਕਹਿੰਦਾ ਸੀ ਨਹਾਉਣਾ ਨਹੀਂ ਸਵੇਰੇ ਜਲਦੀ ਉੱਠ ਕੇ। ਉਹਨੂੰ ਪੰਡਤਾਂ ਨੇ ਕਿਹਾ ਹੋਇਆ ਸੀ ਵੀ ਜਦ ਤੱਕ ਸੂਰਜ ਨਹੀਂ ਚੜ੍ਹਦਾ ਉਦੋਂ ਤੱਕ ਤੇਰਾ ਇਸ਼ਨਾਨ ਨਹੀਂ ਮੰਨਿਆ ਜਾਣਾ। ਹੁਣ ਉਹ ਪੱਕਾ ਅਸੂਲ ਸੀ, ਜਿਵੇਂ ਅੱਜ ਅਰਬ ਦੇਸ਼ਾਂ 'ਚ ਨੇ ਨਾ, ਉੱਥੇ ਜਾ ਕੇ ਕੋਈ ਕਰਦਾ ਹੈ। ਆ ਇੱਥੇ ਸਾਡੇ ਵਾਲੇ ਜਿੰਨੇ ਮਰਜ਼ੀ ਧੱਕਮ ਧੱਕਾ ਹੋਏ ਫਿਰਦੇ ਇੰਡੀਆ ਦੇ ਵਿੱਚ, ਕਿਉਂ ਹੈ? ਕਿਉਂ ਕਾਨੂੰਨ ਦਾ ਫਰਕ ਹੈ। ਇਹੀ ਲੋਕ, ਅਸੀਂ ਕਹਿੰਦੇ ਨਾ ਲੋਕ ਨਹੀਂ ਸੁਧਰਦੇ, ਸੁਧਰਦੇ ਕਿਉਂ ਨਹੀਂ? ਸੁਧਾਰਨ ਵਾਲਾ ਨਹੀਂ ਕੋਈ। ਜਦੋਂ ਇਹ ਅਮਰੀਕਾ ਤੇ ਕੈਨੇਡਾ ਦੇ 에ਅਰਪੋਰਟ ਤੇ ਉਤਰਦੇ ਆ ਨਾ, ਇਹੀ ਬੰਦੇ ਬਣ ਕੇ ਖੜੇ ਹੁੰਦੇ ਆ। ਉਹਨਾਂ ਨੂੰ ਪਤਾ ਹੈ ਵੀ ਜੇ ਇੰਨਾ ਕੁ ਕੰਮ ਵਾਧਾ ਕਰਤਾ, ਅਗਲੇ ਡਿਪੋਰਟ ਕਰਨ ਲੱਗੇ ਟਾਈਮ ਨਹੀਂ ਲਾਉਂਦੇ, ਚਾਰਜਸ ਲੱਗਣਗੇ। ਤੇ ਇੱਥੇ ਤੇ ਰੌਂਗ ਸਾਈਡ ਗੱਡੀਆਂ ਲਈ ਫਿਰਦੇ, ਪੁੱਛਦਾ ਕੋਈ ਕਿਸੇ ਨੂੰ? ਕੋਈ ਨਹੀਂ ਪੁੱਛਦਾ, ਕਿਉਂਕਿ ਡਰ ਹੀ ਨਹੀਂ ਕਿਸੇ ਦਾ। ਪਤਾ ਹੈ ਜੇਬ 'ਚ ਮੰਤਰੀ ਬੈਠਾ, ਮੈਂ ਆਹ ਕਰੂੰਗਾ ਤੇ ਮੈਨੂੰ ਕੌਣ ਰੋਕ ਲੂਗਾ, ਮੈਂ ਪੁਲਿਸ ਵਾਲਾ ਸਸਪੈਂਡ ਕਰਾ ਦਿਆਂਗਾ। ਇੱਥੇ ਖੜੇ ਲੋਕ, ਬਾਹਰ ਕਹਿੰਦਾ ਕੋਈ ਨਹੀਂ। ਲੋਕ ਇਹੀ ਨੇ, ਸੁਧਾਰਨ ਵਾਲਾ ਚਾਹੀਦਾ। ਦੁਨੀਆ ਤੇ ਡੰਡੇ ਅੱਗੇ ਭੂਤ ਨੱਚਦੇ ਆ। ਹੁਣ ਜਿਸ ਵੇਲੇ ਭਾਈ ਮਨਸੁਖ ਸ਼ਾਹੂਕਾਰ ਆਏ, ਉਹਨਾਂ ਦੇ ਸਾਥੀ ਕਹਿੰਦੇ ਆਪਾਂ ਨੂੰ ਚਲੇ ਜਾਣਾ ਚਾਹੀਦਾ। ਕਹਿੰਦਾ ਮੈਂ ਨਹੀਂ ਜਾਣਾ, ਇੱਥੇ ਹੀ ਰਹਿਣਾ। ਮੈਂ ਆਇਆ ਵਪਾਰ ਕਰਨ, ਪਰ ਮੈਂ ਸੱਚੇ ਨਾਮ ਦਾ ਵਪਾਰ ਕਰਕੇ ਜਾਣਾ। ਵਪਾਰੀ ਸੱਚ ਵਪਾਰ ਕਰੋ। ਸੱਚਾ ਵਪਾਰ ਤੇ ਆ ਵੀ ਮੈਂ ਆਪਣੇ ਨਾਮ ਦੀ ਗੱਲ ਕਰਾਂ। ਕਹਿੰਦੇ ਗੱਲ ਕੀ ਕਰੇਗਾ, ਤੇਰੀ ਤੇ ਨਿੰਦਿਆ ਹੋ ਰਹੀ ਹੈ, ਤੈਨੂੰ ਲੋਕੀ ਅਧਰਮੀ ਕਹਿੰਦੇ ਆ, ਪਾਪੀ ਕਹਿੰਦੇ ਆ, ਤੈਨੂੰ ਮਾੜਾ ਆਖਦੇ ਨੇ। ਹਿੰਦ ਕਹਾਵੇ ਧਰਮ ਬਹੀਨਾ, ਪੂਜਾ ਬ੍ਰਤ ਨੇਮ ਤੇ ਖੀਨਾ। ਹੁਣ ਨਿੰਦਿਆ ਵੱਡੇ ਪੱਧਰ ਤੇ ਆ, ਲੋਕੀ ਸਮਾਨ ਲੈਣਾ ਛੱਡ ਗਏ ਅੱਗੇ ਅੱਗੇ। ਕਹਿੰਦੇ ਜੀ ਇਹ ਨਾ ਵਰਤ ਰੱਖਦਾ, ਨਾ ਇਹ ਪੂਜਾ ਕਰਦਾ, ਨਾ ਇਹ ਸ਼ਿਵ ਦੁਆਲੇ ਜਾਵੇ, ਕਿਉਂਕਿ ਰਾਜੇ ਦਾ ਹੁਕਮ ਹੈ। ਕਹਿੰਦੇ ਜਿਹੜਾ ਸਾਡੇ ਰਾਜੇ ਦਾ ਹੁਕਮ ਨਹੀਂ ਮੰਨਦਾ, ਉਹ ਸਾਡਾ ਕੀ ਲੱਗਦਾ ਹੈ? ਉਹਨੂੰ ਕਹੋ ਵੀ ਇਹ ਪਾਪੀ ਬੰਦਾ ਹੈ, ਅਧਰਮੀ ਬੰਦਾ ਹੈ, ਇਹਦਾ ਧਰਮ ਠੀਕ ਨਹੀਂ ਹੈ, ਇਹ ਸਾਡੇ ਧਰਮ ਦੀ ਤੋਹੀਨ ਕਰਦਾ ਹੈ। ਦੇਖੋ ਧਰਮ ਹਰ ਬੰਦੇ ਦੀ ਆਪਣੀ ਨਿੱਜੀ ਚੁਆਇਸ ਹੈ, ਉਹਨੇ ਕੀ ਕਰਨਾ ਹੈ। ਜਬਰੀ ਕਿਸੇ ਨੂੰ ਧਰਮੀ ਨਹੀਂ ਬਣਾਇਆ ਜਾ ਸਕਦਾ। ਇੱਥੇ ਤੇ ਜਬਰੀ ਕਿਸੇ ਨੂੰ ਸਲਾਹ ਨਹੀਂ ਦਿੱਤੀ ਜਾ ਸਕਦੀ। ਜ਼ਬਰਦਸਤੀ ਤੇ ਧੀ ਪੁੱਤ ਨਹੀਂ ਮੰਨਦੇ ਤੇ ਧਰਮੀ ਕਿੱਦਾਂ ਬਣਾ ਲਓਗੇ? ਉਹਨਾਂ ਲੋਕਾਂ ਦੀ ਸਾਜ਼ਿਸ਼ ਇਹ ਸੀ ਵੀ ਮਨਸੁਖ ਸ਼ਾਹੂਕਾਰ ਪਹਿਲਾਂ ਆਉਂਦਾ ਸੀ, ਪਹਿਲਾਂ ਹਿੰਦੂ ਸੀ ਸਾਡੇ ਵਰਗਾ, ਅੱਜ ਕਿਉਂ ਨਹੀਂ? ਇਹਨੂੰ ਵੇਖ ਲੱਖਾਂ ਲੋਕ ਵਿਗੜ ਜਾਣਗੇ। ਸਾਲ ਗਰਾਮ ਨ ਸੇਵਾ ਕਰਹੀ, ਮਸਤਕ ਵਿਖੇ ਤਿਲਕ ਨਹਿ ਧਰੀ। ਕਈ ਪੰਡਤਾਂ ਨੇ ਲੜਨ ਵਾਸਤੇ ਆਉਣਾ, ਕਹਿੰਦੇ ਉਹ ਤੂੰ ਸਾਲਗ੍ਰਾਮ ਦੀ ਪੂਜਾ ਨਹੀਂ ਕਰਦਾ। ਸਾਲਗ੍ਰਾਮ ਕਹਿੰਦੇ ਇੱਕ ਕਾਲੇ ਰੰਗ ਦੇ ਪੱਥਰ ਨੂੰ, ਉਹਨਾਂ ਦੇ ਧਰਮ ਦੇ ਮੁਤਾਬਕ ਰੱਬ ਹੈ, ਭਗਵਾਨ ਜੀ ਨੇ। ਕਹਿੰਦੇ ਨਾ ਤੂੰ ਮੱਥੇ ਤੇ ਤਿਲਕ ਲਾਵੇਂ, ਨਾ ਤੂੰ ਸਾਲਗ੍ਰਾਮ ਦੀ ਪੂਜਾ ਕਰੇ,
ਨਾ ਤੂੰ ਲੇਟ ਉੱਠ ਕੇ ਇਸ਼ਨਾਨ ਕਰੇ। ਮਨਸੁਖ ਸ਼ਾਹੂਕਾਰ ਨੇ ਉਹਨਾਂ ਨੂੰ ਸਮਝਾਉਣਾ, ਕਹਿੰਦਾ ਮੇਰੇ ਸਤਿਗੁਰ ਨੇ, ਮੇਰੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਿਆ। ਉਹ ਜਾਣਦੇ ਨਹੀਂ ਸੀ ਗੁਰੂ ਸਾਹਿਬ, ਉਹਨਾਂ ਨੂੰ ਲੱਗਦਾ ਸੀ ਕਿਸੇ ਫਕੀਰ ਦਾ ਚੇਲਾ ਹੋਣਾ। ਉਹ ਬੜਾ ਲੜਦੇ ਆ, ਬੜਾ ਸਮਝਾਉਣ ਆਉਂਦੇ ਆ, ਸਾਡੀ ਮੰਨ ਲੈ, ਸਾਡੀ ਮੰਨ ਲੈ, ਤੇਰੇ ਦੇਸ਼ 'ਚ ਤੇਰਾ ਹਿਸਾਬ ਚੱਲਦਾ ਹੋਣਾ, ਇੱਥੇ ਆ ਕੇ ਆ ਕੰਮ ਨਾ ਕਰ, ਕਿਉਂਕਿ ਤੂੰ ਜਾਤ ਦਾ ਬਾਣੀਆ ਏ, ਤੂੰ ਸ਼ਾਹੂਕਾਰ ਹੈ, ਤੈਨੂੰ ਵੇਖ ਕਿੰਨੇ ਵਪਾਰੀ ਵਿਗੜਦੇ ਨੇ। ਸਗਰੇ ਨਗਰ ਪ੍ਰਗਟ ਸੁਧ ਹੋਈ, ਧਰਮ ਭ੍ਰਿਸ਼ਟ ਇਹ ਬਨਿਆ ਕੋਈ। ਜਦੋਂ ਮਨਸੁਖ ਸ਼ਾਹੂਕਾਰ ਨੇ ਕਿਸੇ ਦੀ ਪਰਵਾਹ ਹੀ ਨਾ ਕੀਤੀ, ਆਖਰਕਾਰ ਕਹਿੰਦੇ ਸਾਰੇ ਸ਼ਹਿਰ 'ਚ ਨਿੰਦਿਆ ਹੋ ਗਈ। ਨਿੰਦਿਆ ਇੰਨੀ, ਜਿੱਧਰ ਜਾਇਆ ਕਰੇ ਕਹਿੰਦੇ ਭ੍ਰਿਸ਼ਟ ਬਾਣੀਆਂ, ਇਹ ਭ੍ਰਿਸ਼ਟ ਹੈ ਇਹ। ਉਹ ਸੁਣਨਾ ਬੜਾ ਔਖਾ ਲੱਗਿਆ ਕਰੇ, ਉਹ ਜਰਦੇ ਸੀ ਅੰਦਰ। ਹੁਣ ਮੈਨੂੰ ਕੋਈ ਭ੍ਰਿਸ਼ਟ ਕਹਿ ਦੇ, ਤੁਹਾਨੂੰ ਕਹਿ ਦੇ, ਤੁਸੀਂ ਤੇ ਡਾਂਗ ਚੁੱਕ ਕੇ ਪਿੱਛੇ ਪੈ ਜਾਓਗੇ। ਕਹਿ ਕਿਵੇਂ ਦਿੱਤਾ, ਮੈਂ ਤੇ ਰੋਜ਼ ਗੁਰਦੁਆਰੇ ਜਾਂਦਾ। ਕਿ ਗੁਰਦੁਆਰੇ ਜਾਣ ਵਾਲੇ ਠੱਗੀਆਂ ਨਹੀਂ ਮਾਰਦੇ, ਮੰਦਰ ਜਾਣ ਵਾਲੇ ਠੱਗੀ ਨਹੀਂ ਮਾਰਦੇ, ਕਿ ਚਰਚ ਜਾਣ ਵਾਲੇ ਠੱਗੀ ਨਹੀਂ ਮਾਰਦੇ। ਉਹ ਵਿਰਲੇ ਹੋਣਗੇ ਜਿਹੜੇ ਧਰਮ ਦੇ ਥਾਂ ਤੇ ਆ ਕੇ ਰੱਬ ਤੋਂ ਡਰਦੇ ਆ ਜੀਵਨ ਵਿੱਚ, ਵਰਨਾ ਤੇ ਲੋਕ ਧਰਮਾਂ ਦੀ ਦੁਨੀਆ 'ਚ ਵੀ ਜੁੱਤੀਆਂ ਚੱਕਣੋਂ ਨਹੀਂ ਹਟਦੇ। ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ, ਕਿਸੇ ਵੀ ਮੰਦਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਲੋਕਾਂ ਦੀ ਮਾਨਸਿਕ ਤੋਂ ਪਤਾ ਲੱਗਦਾ, ਮਾਨਸਿਕਤਾ ਤੋਂ, ਵੀ ਜੋੜੇ ਘਰ ਦੇ ਵਿੱਚ ਵੀ ਟੋਕਨ ਲੈਣਾ ਪੈਂਦਾ। ਕਿਉਂ? ਇੱਥੇ ਨਹੀਂ ਪਤਾ ਵੀ ਕਿਹੜਾ ਮੱਥਾ ਟੇਕਣ ਆਇਆ ਚੋਪੜ ਜੇ ਆਖੋ ਸਤਨਾਮ। ਕਿਸੇ ਵੀ ਥਾਂ ਤੇ ਹੀ ਹਾਲ ਹੈ। ਕਿਸੇ ਬੈਂਕ ਵਿੱਚ ਚਲੇ ਜਾਓ, ਉੱਥੇ 5 ਰੁਪਏ ਦਾ ਪੈਨਾ ਰੱਸੀ ਪਾ ਕੇ ਬੰਨਿਆ ਹੋਇਆ। ਕਿਉਂ? ਪਤਾ ਹੈ ਵੀ ਬੜੇ ਭੱਦਰ ਪੁਰਸ਼ ਆਉਂਦੇ ਆ ਇੱਥੇ। ਕਿਸੇ ਵਾਟਰ ਕੂਲਰ ਤੇ ਖੜ ਜੋ, ਸੰਗਲੀ ਪਾਈ ਹੋਈ ਹੈ, ਗਲਾਸ ਕਿੰਨੇ ਦਾ? 15-20 ਦਾ ਹੋਊਗਾ, 30 ਦਾ ਹੋਊਗਾ। ਪਤਾ ਹੋਏ ਉਹਨਾਂ ਨੂੰ ਵੀ ਬੜੇ ਮਹਾਨ ਲੋਕ ਨੇ, ਇੱਥੇ ਤੇ ਵਾਟਰ ਕੂਲਰ ਚੱਕ ਕੇ ਲੈ ਜਾਂਦੇ ਆ। ਆਖੋ ਸਤਨਾਮ। ਤੁਸੀਂ ਕਿਹੜੀਆਂ ਸੰਗਲੀਆਂ ਪਾਉਣ ਨੂੰ ਫਿਰਦੇ ਹੋ? ਇਹ ਮਾਨਸਿਕਤਾ ਲੋਕਾਂ ਦੀ। ਜਦੋਂ ਮਨਸੁਖ ਸ਼ਾਹੂਕਾਰ ਨੇ ਸੁਣਿਆ, ਉਹਨੇ ਜਰਨਾ ਸਿੱਖ ਲਿਆ ਵੀ ਗੁਰੂ ਸਾਹਿਬ ਕਹਿੰਦੇ ਸੀ ਕਿਸੇ ਦਾ ਬੁਰਾ ਨਹੀਂ ਕਰਨਾ, ਮੰਦਾ ਬੋਲ ਬੋਲਣਾ ਨਹੀਂ। ਉਪਤ ਕੇ ਢਿਗ ਜਾਏ ਸੁਣਾਇਓ, ਸਿੰਧ ਪਾਰ ਤੇ ਸ਼ਾਹੇ ਕੇ ਆਇਓ। ਆਖਰਕਾਰ ਰਾਜੇ ਦੇ ਦਰਬਾਰ ਵਿੱਚ ਕਈ ਬਾਣੀਆਂ ਪੰਡਤ ਪੇਸ਼ ਹੋ ਗਏ। ਕਹਿੰਦੇ ਰਾਜਨ ਕਹਿਰ ਹੋ ਗਿਆ। ਉਹ ਧਰਮੀ ਬੰਦੇ ਆਏ ਆ ਜੀ, ਫਿਰ ਇੱਜ਼ਤ ਤੇ ਦੇਣੀ ਬਣਦੀ ਆ ਨਾ। ਰਾਜਾ ਸ਼ਿਵ ਨਾ ਪੁੱਛਦਾ ਹੈ, ਕਹਿੰਦਾ ਕੀ ਹੋਇਆ? ਕਹਿੰਦੇ ਜੀ ਸਮੁੰਦਰੋਂ ਪਾਰ ਇੱਕ ਭ੍ਰਿਸ਼ਟ ਬਾਣੀਆਂ ਆਇਆ ਹੋਇਆ। ਸਮੁੰਦਰੋਂ ਪਾਰ ਭਾਵ ਦੇਸ਼ ਪੰਜਾਬ ਤੋਂ। ਉਦੋਂ ਪੰਜਾਬ ਦੇਸ਼ ਸੀ ਇੱਕ। ਪੰਜਾਬੋਂ ਇੱਕ ਬਾਣੀਆਂ ਆਇਆ, ਕਹਿੰਦੇ ਬੜਾ ਵਿਗੜਿਆ ਹੋਇਆ। ਦੇਖੋ ਜੀ, ਹੁਣ ਧਰਮੀ ਬੰਦੇ ਜ਼ਹਿਰ ਉਗਲਦੇ। ਰੱਬਾ ਇਹੋ ਜਿਹਾ ਧਰਮੀ ਨਾ ਕਦੇ ਬਣਾਈ ਵੀ ਮੈਂ ਆਪਣੀ ਜ਼ੁਬਾਨ ਤੋਂ ਜ਼ਹਿਰ ਹੀ ਉਗਲੀ ਜਾਵਾਂ। ਧਰਮ ਤੇ ਜੋੜਦਾ, ਧਰਮ ਤੋੜਦਾ ਕਦੋਂ ਹੈ? ਹੁਣ ਰਾਜਾ ਉਹਨਾਂ ਦੀ ਮੱਤ ਦਾ ਸੀ, ਉਹਨਾਂ ਦੇ ਧਰਮ ਦਾ ਸੀ। ਕਹਿੰਦਾ ਹੈ ਕੌਣ ਹੈ? ਕਹਿੰਦੇ ਜੀ ਉਹਦਾ ਨਾਮ ਮਨਸੁਖ ਹੈ, ਸ਼ਾਹੂਕਾਰ ਹੈ। ਜੋ ਤੁਸੀਂ ਹੁਕਮ ਕੀਤੇ ਆ ਉਹ ਇੱਕ ਵੀ ਨਹੀਂ ਮੰਨਦਾ। ਉਹ ਤੇ ਤੁਹਾਡੇ ਤੇ ਸਾਡੇ ਧਰਮ ਨੂੰ ਪੱਥਰ ਦੱਸਦਾ। ਗੁੱਸਾ ਤੇ ਆਉਣਾ ਸੀ ਰਾਜੇ। ਇਹ ਸੁਭਾਵਿਕ ਗੱਲ ਹੈ ਜੀ, ਹਰ ਬੰਦੇ ਦੀ ਹਰ ਵਸਤੂ ਨਾਲ ਭਾਵਨਾ ਜੁੜੀ ਹੋਈ ਹੈ। ਭਾਵੇਂ ਘਰੇ ਕੋਈ ਜੀਵ ਰੱਖਿਆ ਹੋਵੇ ਨਾ, ਪੈਟ, ਉਹਦੇ ਨਾਲ ਵੀ ਭਾਵਨਾਵਾਂ ਜੁੜੀਆਂ ਹੋਈਆਂ। ਸਾਡੀ ਰੁੱਖ ਲਾਇਆ, ਉਹਦੇ ਨਾਲ ਵੀ ਜੁੜੀ ਹੈ। ਕੋਈ ਮਨੁੱਖ ਹੈ, ਕੋਈ ਬੱਚਾ ਹੈ, ਹਰ ਇੱਕ ਨਾਲ ਜੁੜੀ। ਇਹ ਤੇ ਫਿਰ ਰੱਬ ਦੀਆਂ ਗੱਲਾਂ ਨੇ। ਰਾਜੇ ਨੇ ਸਖਤ ਹੁਕਮ ਕੀਤਾ, ਕਹਿੰਦਾ ਤੁਸੀਂ ਸਮਝਾ ਲਿਆ। ਕਹਿੰਦੇ ਜੀ ਬੜਾ ਜ਼ੋਰ ਲਾਇਆ ਉਹਨੇ ਤੇ ਸਾਰੇ ਨਗਰ 'ਚ ਬਦਨਾਮੀ ਕਰਾਈ ਪਈ ਹੈ। ਨਾ ਉਹ ਮੰਦਰ ਜਾਵੇ, ਨਾ ਉਹ ਧਰਮ ਦਾ ਪਾਠ ਕਰੇ, ਪੂਜਾ ਕਰੇ, ਨਾ ਉਹ ਕਿਸੇ ਦੀ ਗੱਲ ਸੁਣੇ, ਨਾ ਉਹ ਤਿਲਕ ਲਾਵੇ। ਉਹਨੂੰ ਵੇਖ ਕਈ ਲੋਕ ਗੱਲਾਂ ਕਰਦੇ ਆ ਵੀ ਰਾਜੇ ਦੇ ਤੇ ਜ਼ੋਰ ਨਹੀਂ ਚੱਲਦਾ। ਇਹ ਕੀ ਸੀ? ਭੜਕਾਉਣ ਦੀਆਂ ਗੱਲਾਂ। ਜਿਹੜੇ ਚਮਚੇ ਹੁੰਦੇ ਆ ਨਾ ਜੀ, ਅੱਜ ਵੀ ਕਈ ਕੌਲੀਆਂ ਖਾਲੀ ਕਰਦੇ। ਆਖੋ ਸਤਨਾਮ। ਬਚੋ ਚਮਚਿਆਂ ਤੋਂ। ਪਾਪੀ ਵਜ਼ੀਦ ਖਾਨ ਨੇ ਏਡਾ ਪਾਪ ਕਿਉਂ ਕੀਤਾ? ਉਹਨੂੰ ਚਮਚੇ ਲੈ ਕੇ ਬਹਿ ਗਏ। ਸੁੱਚਾ ਨੰਦ ਖੱਤਰੀ ਝੂਠੇ ਵਰਗੇ ਚਮਚੇ ਸੀ। ਔਰੰਗਜ਼ੇਬ ਕਿਉਂ ਮਾਰਿਆ ਗਿਆ? ਉਹ ਉਹਨੂੰ 22 ਧਾਰ ਦੇ 22 ਚਮਚੇ ਲੈ ਕੇ ਬਹਿ ਗਏ। ਚਮਚਾ ਤੇ ਇੱਕ ਕੌਲੀਆਂ ਖਾਲੀ ਕਰ ਦਿੰਦਾ, ਉਹ ਕੜਛੀਆਂ ਸੀਆਂ। ਤੇ ਫਿਰ ਕਿਹੜੇ ਰਾਹ ਗਿਆ ਔਰੰਗਜ਼ੇਬ? ਵੱਡਿਆਂ ਨਾਲ ਇਹੀ ਕੁਛ ਹੋਇਆ। ਧਰਮ ਦੇ ਲੋਕਾਂ 'ਚ ਸਦਾ ਹੀ ਈਰਖਾ ਪਾਈ ਜਾਂਦੀ। ਉਹ ਜਿਹਨੂੰ ਰੱਬ ਬਚਾਵੇ ਬਚਦਾ ਉਹੀ ਹੈ ਜੀ। ਤੇ ਗੁਰੂ ਦੀ ਮਿਹਰ ਆ ਨਾ, ਉਹਦੀ ਨਿੰਦਿਆ ਵੀ ਕਰ ਲੋ, ਹੱਸ ਕੇ ਸਾਰ ਦਿੰਦਾ। ਕਹਿੰਦਾ ਫਿਰ ਕੀ ਹੋ ਗਿਆ? ਹੋ ਸਕਦਾ ਮੇਰੀ ਬੁਰਾਈ ਦਿਸਦੀ ਹੋਵੇ ਤਾਂ ਬੋਲਦੇ ਆ। ਤੇ ਮੈਂ ਕਹਿੰਦਾ ਮੇਰੇ ਵਰਗੇ ਦੀ ਪੂਛ ਤੇ ਪੈਰ ਰੱਖ ਕੇ ਵੇਖੋ, ਦੁਨੀਆ ਵਿਖਾ ਦਿੰਦਾ। ਕਹਿੰਦਾ ਆ ਤੇ ਸਹੀ, ਤੈਨੂੰ ਮੈਂ ਦੱਸੂ ਫਿਰ ਬੋਲਦਾ ਕਿਵੇਂ, ਤੂੰ ਕਹਿਣਾ ਕੀ ਹੈ? ਹੁਣ ਮਨਸੁਖ ਸ਼ਾਹੂਕਾਰ ਦੇ ਜੀ ਆਰਡਰ ਜਾਰੀ ਹੋ ਗਏ ਵੀ ਜਿੱਥੇ ਵੀ ਦਿਸਦਾ ਗ੍ਰਿਫਤਾਰ ਕਰਕੇ ਲੈ ਕੇ ਆਓ, ਫੜ ਕੇ ਲੈ ਕੇ ਆਓ। ਮੇਰੇ ਦੇਸ਼ ਵਿੱਚ, ਮੇਰੇ ਰਾਜ ਵਿੱਚ ਮੇਰੇ ਧਰਮ ਦੀ ਕੋਈ ਤੋਹੀਨ ਕਰੇ, ਮੈਥੋਂ ਜਰਿਆ ਜਾਣਾ ਨਹੀਂ। ਹਿੰਦੂ ਧਰਮ ਨਾ ਕੋ ਤਿਹ ਮਾਹੀ,
ਜਗ ਤੇ ਨਈ ਰੀਤ ਕੋ ਰਾਹੀ। ਜਦੋਂ ਰਾਜੇ ਨੇ ਹੁਕਮ ਕਰਤਾ ਉਹ ਫਿਰ ਵੀ ਪੁੱਛਦਾ, ਕਹਿੰਦਾ ਦੱਸੋ ਤੇ ਸਹੀ ਬੰਦੇ ਦਾ ਲਿਬਾਸ ਕਿਹੋ ਜਿਹਾ? ਕਹਿੰਦੇ ਜੀ ਲਿਬਾਸ ਉਹਦਾ ਹਿੰਦੂਆਂ ਵਾਲਾ ਹੈ, ਸਨਾਤਨੀਆਂ ਵਾਲਾ ਏ, ਪਰ ਉਹ ਹਿੰਦੂ ਹੈ ਨਹੀਂ, ਉਹ ਤੇ ਸਾਡੇ ਧਰਮ ਦੀਆਂ ਧੱਜੀਆਂ ਡਾਉਂਦਾ ਹੈ। ਕਿਉਂਕਿ ਉਹਨਾਂ ਸਮਿਆਂ 'ਚ ਸਿੱਖ, ਹਿੰਦੂ ਅਤੇ ਮੁਸਲਮਾਨ ਪਹਿਚਾਣ ਕਰਕੇ ਇੱਕੋ ਜਿਹੇ ਸੀ। ਕਦੇ ਪੁਰਾਤਨ ਇਤਿਹਾਸ ਖੋਲ੍ਹ ਕੇ ਵੇਖੋ, 1947 ਦੀ ਵੰਡ ਵੇਖ ਲਓ, ਲੱਭ ਕੇ ਵਿਖਾਓ ਮੁਸਲਮਾਨ ਕੌਣ ਹੈ, ਹਿੰਦੂ ਕੌਣ ਹੈ, ਸਿੱਖ ਕੌਣ? ਪਗੜੀ ਧਾਰੀ ਸਾਰੇ। ਪੁਰਾਤਨ ਸਮੇਂ ਇਦਾਂ ਹੀ ਸੀ। ਉਦੋਂ ਸਿਰਫ ਧਾਰਮਿਕ ਚਿੰਨ੍ਹਾਂ ਕਰਕੇ ਪਤਾ ਲੱਗਦਾ ਸੀ, ਸ੍ਰੀ ਸਾਹਿਬ ਕਰਕੇ ਪਤਾ ਲੱਗਦਾ ਸਿੰਘ ਹੈ, ਜਨੇਊ ਕਰਕੇ ਪਤਾ ਲੱਗਦਾ ਹੈ ਹਿੰਦੂ ਹੈ। ਤੇ ਜਦੋਂ ਕਿਸੇ ਨੇ ਚਿੱਟੀ ਟੋਪੀ ਪਾਈ ਹੋਣੀ ਜਾਂ ਫਿਰ ਉਸ ਤਰੀਕੇ ਦੇ ਨਾਲ ਪੱਲਾ ਪਾਇਆ ਹੋਣਾ ਨਾ ਹਰੇ ਰੰਗ ਦਾ ਗਲ ਦੇ ਵਿੱਚ, ਤਾਂ ਪਤਾ ਲੱਗਦਾ ਸੀ ਕੋਈ ਮੀਆਂ ਜੀ ਹੈ। ਕਿਉਂਕਿ ਬੜੇ ਮੁਸਲਮਾਨ ਪਗੜੀ ਧਾਰੀ ਅੱਜ ਵੀ ਨੇ, ਪਹਿਲਾਂ ਵੀ ਸੀ। ਸ਼ੇਖਾਂ ਦੇ ਪਗੜੀਆਂ ਬੰਨੀਆਂ ਹੁੰਦੀਆਂ ਨੇ ਉਹਨਾਂ ਸਮਿਆਂ 'ਚ ਵੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਇੱਥੋਂ ਦੇ ਰਾਜੇ ਨੇ ਸੁਣਿਆ ਹੋਇਆ ਸੀ, ਰਾਜੇ ਸ਼ਿਵਨਾਭ ਨੇ, ਪਰ ਉਹਦਾ ਭਰੋਸਾ ਖਤਮ ਸੀ ਵੀ ਜਣਾ ਖਣਾ ਹੀ ਨਾਨਕ ਬਣ ਕੇ ਆ ਜਾਂਦਾ ਇੱਥੇ, ਜਣਾ ਖਣਾ ਹੀ ਜਿਹਨੂੰ ਵੇ ਕੋਈ ਆ ਜਾਂਦਾ। ਹੁਣ ਮਨਸੁਖ ਸ਼ਾਹੂਕਾਰ ਬਾਰੇ ਜਦੋਂ ਗੱਲ ਚੱਲੀ ਨਾ, ਕਹਿੰਦੇ ਜੀ ਉਹ ਹੈ ਹਿੰਦੂਆਂ ਵਰਗਾ, ਜਾਤ ਦਾ ਬਾਣੀਆ ਏ, ਪਰ ਭ੍ਰਿਸ਼ਟ ਹੈ ਉਹ ਪਤਾ ਨਹੀਂ ਜੀ ਕਿਹੜੇ ਧਰਮ ਦੀਆਂ ਗੱਲਾਂ ਕਰੀ ਜਾਂਦਾ, ਸਾਰੇ ਕੰਮ ਪੁੱਠੇ ਪੁੱਠੇ ਜੇ ਕਰਦਾ। ਰਾਜਾ ਕਹਿੰਦਾ ਵੀ ਇਹ ਬੰਦਾ ਕਾਹਦਾ ਏ? ਮਤਲਬ ਸਿੱਧੀ ਗੱਲ ਆ, ਕੋਈ ਤੁਹਾਡੇ ਤੋਂ ਡਰਦਾ ਨਹੀਂ, ਮਤਲਬ ਉਹ ਤੁਹਾਡੇ ਤੋਂ ਵੱਧ ਸਟਰੋਂਗ ਹੈ। ਹੋ ਸਕਦਾ ਤੁਹਾਡੇ ਵਿਰੁੱਧ ਉਹਦੇ ਕੋਲ ਕਿੰਨਾ ਕੁ ਕੁਛ ਪਿਆ ਹੋਵੇ, ਤੁਹਾਡੇ ਬਾਰੇ ਉਹ ਕਿੰਨਾ ਕੁਛ ਜਾਣਦਾ ਹੋਵੇ, ਜਾਂ ਤੁਹਾਡੇ ਤੋਂ ਐਡਵਾਂਸ ਹੋਵੇ, ਤੁਹਾਡੇ ਤੋਂ ਅੱਗੇ ਹੋਵੇ। ਜਦੋਂ ਰਾਜੇ ਨੇ ਬੁਲਾਇਆ ਮਨਸੁਖ ਸ਼ਾਹੂਕਾਰ ਨੂੰ, ਸਿਪਾਹੀ ਕਹਿੰਦੇ ਤੁਹਾਨੂੰ ਲੈ ਕੇ ਜਾਣਾ। ਕਹਿੰਦਾ ਚੱਲਦੇ ਆ, ਮੈਨੂੰ ਥੋੜਾ ਸਮਾਂ ਦੇ ਦਿਓ। ਕਹਿੰਦੇ ਸਮਾਂ ਨਹੀਂ ਮਿਲਣਾ, ਰਾਜੇ ਦਾ ਹੁਕਮ ਹੈ, ਤੂੰ ਧਰਮ ਦੀ ਤੋਹੀਨ ਕੀਤੀ ਹੈ, ਤੇਰੇ ਤੇ ਧਰਮ ਦੇ ਚਾਰਜਸ ਲੱਗਣਗੇ। ਉਹ ਮੈਂ ਕਹਿੰਦਾ ਜੀ ਜਿਹਦੇ ਕੋਲ ਰਾਜ ਆਜੇ ਬਖਸ਼ਦਾ ਕਿਸੇ ਨੂੰ। ਉਹ ਇੱਕ ਮਹਾਰਾਜਾ ਰਣਜੀਤ ਸਿੰਘ ਸੀ ਜਿਹਨੇ 45 ਸਾਲਾਂ ਵਿੱਚ ਨਾ ਕਿਸੇ ਨੂੰ ਫਾਂਸੀ ਦਿੱਤੀ ਤੇ ਨਾ ਕਿਸੇ ਨੂੰ ਕੈਦ ਵਿੱਚ ਰੱਖਿਆ। ਆਖੋ ਸਤਨਾਮ। ਖਾਲਸਾ ਰਾਜ ਵਰਗਾ ਰਾਜ ਕਿਹਦਾ? ਇੱਥੇ ਤੇ ਹਿਟਲਰ ਵਰਗਿਆਂ ਦੇ ਰਾਜ ਆਏ, ਜਿਹਦਾ ਆਇਆ ਉਹ ਕਹਿੰਦਾ ਮੈਂ ਆਪਣੀ ਤੂਤੀ ਵਜਾਉਣੀ, ਮੈਂ ਬੰਦੇ ਨੂੰ ਬੰਦਾ ਕੀ ਜਾਣਦਾ। ਧਰਮ ਪਿੱਛੇ ਇਨਸਾਨੀਅਤ ਦੇ ਘਾਣ ਹੁੰਦੇ, ਅੱਜ ਵੀ ਤੇ ਪਹਿਲਾਂ ਵੀ ਹੁੰਦੇ ਰਹਿਣਗੇ। ਜਦੋਂ ਮਨਸੁਖ ਸ਼ਾਹੂਕਾਰ ਨੂੰ ਸੱਦਾ ਆਇਆ ਇੱਕ ਵਾਰ, ਤੇ ਮਨ ਘਬਰਾ ਗਿਆ ਵੀ ਮਨਾ ਮੇਰਿਆ, ਮੈਂ ਤੇ ਇੱਥੇ ਵਪਾਰ ਕਰਨ ਆਇਆ। ਜੇ ਰਾਜੇ ਨੇ ਕੋਈ ਹੁਕਮ ਹੀ ਸੁਣਾਤਾ, ਉਦੋਂ ਕਿਹੜਾ ਡੈਮੋਕ੍ਰੇਸੀ ਵੀ ਸੁਪਰੀਮ ਕੋਰਟ ਚਲਿਆ ਜਾਊ, ਹਾਈ ਕੋਰਟ ਨਹੀਂ। ਰਾਜੇ ਦਾ ਜਿਹੜਾ ਹੁਕਮ ਹੈ ਸੋ ਹੁਕਮ ਹੈ। ਜੇ ਉਹਨੇ ਕਹਿੰਦਾ ਨੂੰ ਸਜ਼ਾ ਦਿਓ, ਮਾਰ ਦਿਓ, ਚੁਰਾਹੇ 'ਚ ਮਾਰਨਾ ਪੈਣਾ। ਫਿਰ ਸੋਚਿਆ ਮੇਰਾ ਸਤਿਗੁਰੂ ਬਚਾਊਗਾ। ਐਸਾ ਕੀ ਹੋ ਗਿਆ? ਕਿਉਂਕਿ ਹੁਣ ਜਿਹਨੇ ਤੁਹਾਡੀ ਵਿਰੋਧਤਾ ਕਰਨੀ ਆ, ਉਹਨੇ ਇੱਕ ਗੱਲ ਤੁਹਾਡੀ ਵਿਰੁੱਧ ਲੈ ਕੇ ਚਾਰ ਉਹਨੇ ਆਪਣੇ ਕੋਲੋਂ ਘੜਨੀਆਂ ਨੇ, ਚਾਰ ਕੋਲੋਂ ਕਹਿਣੀਆਂ ਨੇ, ਤਾਂ ਜੋ ਇਹ ਬਚੇ ਨਾ, ਇਹਦਾ ਨੁਕਸਾਨ ਹੋਵੇ। ਮਨਸੁਖ ਸ਼ਾਹੂਕਾਰ ਕਹਿੰਦਾ ਜੀ ਵੇਖੋ ਮੈਂ ਰਾਜੇ ਕੋਲ ਚੱਲਿਆ, ਪਹਿਲੀ ਵਾਰ ਚੱਲਿਆ, ਮੈਂ ਖਾਲੀ ਹੱਥ ਨਹੀਂ ਜਾਣਾ, ਮੈਂ ਕੁਝ ਲੈ ਕੇ ਜਾਣਾ ਏ। ਏਕ ਨਲੇਰ ਰਜਤ ਪਣ ਸੰਗਾ, ਗਿਓ ਸ਼ਾਹੂ ਲੈ ਭੇਟ ਨਿਸੰਗਾ। ਇੱਕ ਨਾਰੀਅਲ ਰਾਜੇ ਦੇ ਵਾਸਤੇ ਲੈ ਲਿਆ। ਨਾਰੀਅਲ ਤੋਂ ਭਾਵ ਕੀ ਹੁੰਦਾ ਪੁਰਾਣੇ ਸਮੇਂ 'ਚ? ਸਿਰ ਭੇਟਾ ਕਰਨਾ। ਤੇ ਇੱਕ ਰਜਤਪਣ, ਅੱਜ ਦਾ 1 ਰੁਪਈਆ ਕਹਿ ਲਓ, ਚਾਂਦੀ ਦੇ ਸਿੱਕੇ ਨੂੰ ਰਜਤਪਣ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਿੱਚ, ਕਿਉਂਕਿ ਇਹ ਰਾਜ ਲੋਧੀਆਂ ਦਾ ਸੀ। ਲੋਧੀਆਂ ਦੇ ਰਾਜ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਏਮਨਾਬਾਦ ਗਏ, ਬਾਬਰ ਤੇ ਬਾਅਦ ਚੋਂ ਆਇਆ। ਜਦੋਂ ਬਾਬਰ ਬਾਣੀ ਉਚਾਰਨੀ ਹੈ ਗੁਰੂ ਸਾਹਿਬ ਨੇ, ਅਜੇ ਬਾਬਰ ਦਾ ਰਾਜ ਨਹੀਂ ਆਇਆ। ਲੋਧੀ ਲੋਕ, ਮੁਗਲ ਲੋਕ ਇੱਥੇ ਸ਼ਾਸਨ ਕਰਦੇ ਸੀ। ਇਹ ਲੋਧੀ ਕੌਣ ਸੀ? ਚੰਗੇਜ਼ ਖਾਂ ਦੀ ਕੁੱਲ ਚੋਂ ਚਗਲੇ ਆ ਰਹੇ ਨੇ ਮੰਗੋਲੀਏ ਲੋਕ, ਉਹੀ ਚੱਲਦੇ ਗਏ ਅੱਗੇ ਸਾਰੇ। ਜਦੋਂ ਕਹਿੰਦੇ ਜੀ ਉਹਨੇ ਇੱਕ ਰਜਤਪਣ ਲੈ ਲਿਆ, ਇੱਕ ਨਾਰੀਅਲ ਲੈ ਲਿਆ, ਬੜਾ ਸੋਹਣਾ ਲਿਬਾਸ ਪਾਇਆ, ਬੜੇ ਅਦਬ ਨਾਲ ਚੱਲਿਆ, ਕਿਉਂਕਿ ਰਾਜੇ ਦੇ ਦਰਬਾਰ ਚੱਲਿਆ। ਹਰ ਦੇਸ਼ ਦਾ ਰਾਜਾ ਉਦੋਂ ਚੰਗਾ ਹੁੰਦਾ ਸੀ। ਫਿਰ ਵੀ ਚੰਗਾ ਹੀ ਹੈ ਜੀ, ਅਗਲਾ ਆਪਣੇ ਧਰਮ ਦੀ ਗੱਲ ਕਰਦਾ ਹੈ, ਆਪਣੇ ਦੇਸ਼ ਦੇ ਲੋਕਾਂ ਨੂੰ ਧਰਮ ਨਾਲ ਜੋੜਿਆ। ਧਰਮ ਕੋਈ ਵੀ ਮਾੜਾ ਨਹੀਂ ਹੁੰਦਾ। ਮਨਸੁਖ ਸ਼ਾਹੂਕਾਰ ਦੇ ਨਾਲ 4 ਸਿਪਾਹੀ ਲੈ ਕੇ ਦਰਬਾਰ ਨੂੰ ਚੱਲ ਪਏ। ਏ ਭੂਪਤ ਕੋ ਬੰਦਨ ਕੀਨਾ, ਬੈਸ ਨਾਮ ਸ਼੍ਰੀ ਨਾਨਕ ਲੀਨਾ। ਰਾਜੇ ਦੇ ਦਰਬਾਰ ਵਿੱਚ ਆਏ, ਨਾਰੀਅਲ ਰਾਜੇ ਦੇ ਸਾਹਮਣੇ ਰੱਖਿਆ, ਇੱਕ ਰਜਤਪਣ ਰੱਖਿਆ ਤੇ ਮੱਥਾ ਟੇਕਣ ਲੱਗੇ। ਹੁਣ ਟੇਕਣਾ ਪੈਣਾ ਸੀ। ਮਨ ਕਹਿੰਦਾ ਯਾਰ ਇਸ ਬੰਦੇ ਨੂੰ ਮੱਥਾ ਨਹੀਂ ਟੇਕਣਾ, ਮੈਂ ਤੇ ਗੁਰੂ ਨਾਨਕ ਸਾਹਿਬ ਦਾ ਸੇਵਕ ਹਾਂ, ਜਿਹਨੂੰ ਮੱਥਾ ਟੇਕਦਾ ਤੇ ਸਨਾਤਨੀ ਹੈ। ਫਿਰ ਉਹਨੇ ਮੱਥਾ ਪਤਾ ਕਿਵੇਂ ਟੇਕਿਆ? ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੀ ਜੈ ਹੋਵੇ, ਇੰਨੇ ਬਚਨ ਕਹਿ ਕੇ ਰਾਜੇ ਸ਼ਿਵਨਾਭ ਨੂੰ ਮਨਸੁਖ ਸ਼ਾਹੂਕਾਰ ਨੇ ਮੱਥਾ ਟੇਕਤਾ। ਹੁਣ ਉਹਦਾ ਮੱਥਾ ਕਿਹਨੂੰ ਲੱਗਿਆ? ਗੁਰੂ ਸਾਹਿਬ ਨੂੰ। ਭਾਵਨਾ ਉਹਦੀ ਸਤਿਗੁਰੂ ਨਾਨਕ ਸਾਹਿਬ ਦੇ ਲਈ ਹੈ। ਰਾਜਾ ਖੁਸ਼ ਹੋ ਗਿਆ।
ਵੀ ਚਲੋ ਇੰਨੀ ਕਿਤੇ ਇਸ ਬੰਦੇ ਨੂੰ ਮੱਤ ਹੈ, ਦਰਬਾਰ 'ਚ ਕਿਵੇਂ ਆਈਦਾ ਹੈ? ਨਾਰੀਅਲ ਲੈ ਕੇ ਆਇਆ, ਭੇਟਾ ਲੈ ਕੇ ਆਇਆ, ਖਾਲੀ ਹੱਥ ਨਹੀਂ ਆਇਆ। ਰਾਜਾ ਸਾਹਮਣੇ ਬਿਠਾ ਕੇ ਕਹਿੰਦਾ ਮਨਸੁਖ ਜੀ ਬੈਠੋ, ਤੁਹਾਡੀਆਂ ਸ਼ਿਕਾਇਤਾਂ ਆਈਆਂ ਨੇ ਤੁਹਾਡੇ ਵਿਰੁੱਧ। ਬੜੀ ਵਾਰ ਲੋਕਾਂ ਨੇ ਇੱਥੇ ਆ ਕੇ ਮੇਰੇ ਕੋਲ ਗੱਲਬਾਤ ਕੀਤੀ, ਮੈਂ ਗੌਲਿਆ ਨਹੀਂ, ਮੈਂ ਕਦੇ ਤੁਹਾਡੇ ਬਾਰੇ ਸੁਣਿਆ ਨਹੀਂ, ਤੁਸੀਂ ਕੌਣ ਹੋ? ਕਹਿੰਦੇ ਮੇਰਾ ਨਾਮ ਮਨਸੁਖ ਹੈ, ਮੈਂ ਸ਼ਾਹੂਕਾਰ ਹਾਂ, ਮੈਂ ਸਮੁੰਦਰੋਂ ਪਾਰ ਆਇਆ ਹਾਂ। ਉਜਤ ਭਾਰਾਜਾ ਤੇ ਸੰਗਾ, ਹਿੰਦੂ ਕਹਾਵੇਂ ਧਰਮੈ ਪੰਗਾ। ਤੇ ਰਾਜੇ ਨੇ ਸਾਰੀਆਂ ਗੱਲਾਂ ਸੁਣ ਕੇ ਥੋੜੇ ਜਿਹੇ ਗੁੱਸੇ ਨਾਲ ਆਖਿਆ, ਕਹਿੰਦੇ ਤੂੰ ਕਹਾਉਣਾ ਹਿੰਦੂ, ਪਰ ਤੂੰ ਹਿੰਦੂ ਧਰਮ ਨੂੰ ਤੋੜਦਾ ਹੈ, ਅਭੰਗ ਕਰਦਾ ਹੈ, ਨਾਸ਼ ਕਰਦਾ ਹੈ, ਕਿਉਂਕਿ ਲਿਬਾਸ ਤੋਂ ਸਨਾਤਨੀਆਂ ਲੱਗਦਾ ਹੈ। ਕਹਿੰਦਾ ਨਹੀਂ ਰਾਜਨ, ਮੈਂ ਕਦੇ ਕਿਸੇ ਧਰਮ ਦੀ ਤੋਹੀਨ ਨਹੀਂ ਕੀਤੀ, ਮੈਂ ਸਤਿਕਾਰ ਕਰਦਾ, ਜੇ ਚੰਗਾ ਨਹੀਂ ਸਰਦਾ ਤੇ ਮਾੜਾ ਵੀ ਨਾ ਕਹੋ, ਇਹ ਸਾਨੂੰ ਮਰਦ ਨੇ ਸਿਖਾਇਆ। ਜੇ ਤੁਸੀਂ ਕਿਸੇ ਧਰਮ ਦੀ ਬਹੁਤੀ ਸਿਫਤ ਨਹੀਂ ਨਾ ਕਰ ਸਕਦੇ ਤੇ ਉਹਦੀਆਂ ਬੁਰਾਈਆਂ ਤੇ ਖਾਮੀਆਂ ਵੀ ਨਾ ਕਰੋ। ਹਾਂ ਸੱਚੀ ਗੱਲ ਹੈ ਜਿਹੜੀ ਆਪਣੇ ਸੱਜਣਾ ਨੂੰ ਸਮਝਾਉਣ ਲਈ ਦੱਸੋ, ਇਹਦੇ 'ਚ ਆਹ ਕਮੀ ਹੈ, ਇਹਦੇ 'ਚ ਆਹ ਕਮੀ ਹੈ, ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਚੀਜ਼ਾਂ ਤੋਂ ਬਚ। ਇਹ ਨਿੰਦਿਆ ਨਹੀਂ ਹੈ, ਗੁਰਬਾਣੀ 'ਚ ਮਰਦ ਨੇ ਕਿੰਨੀ ਵਾਰ ਆਖਿਆ, ਧੋਤੀ ਟਿੱਕਾ ਤੇਕਾ ਖਾਈ। ਕਿੰਨੇ ਬਚਨ ਆਏ ਆ ਪੰਡਤਾਂ ਦੇ ਪ੍ਰਤੀ, ਕਿੰਨੇ ਬਚਨ ਆਏ ਮੁਸਲਮਾਨਾਂ ਪ੍ਰਤੀ, ਕਿੰਨੇ ਬਚਨ ਆਏ ਸਿੱਖਾਂ ਨੂੰ ਵੀ ਨਹੀਂ ਬਖਸ਼ਿਆ ਫਿਰਦੇ। ਇਹ ਵੀ ਕਹਿ ਦਿੱਤਾ ਗੁਰ ਸਤਗੁਰ ਕਾ ਜੋ ਸਿੱਖਿਆ ਖਾਏ ਸੋ ਭਲ ਕੇ ਉਠਰ ਨਾਮ ਤੇ ਆਵੇ, ਵੀ ਸਿੱਖ ਉਹੀ ਕਹਾ ਸਕਦਾ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੇ, ਉਹ ਸਿੱਖ ਹੈ, ਉਹ ਬੰਦਗੀ ਵਾਲਾ ਏ। ਜਿਸ ਵੇਲੇ ਮਨਸੁਖ ਸ਼ਾਹੂਕਾਰ ਦੇ ਸਾਹਮਣੇ ਸਵਾਲ ਕੀਤਾ ਨਾ ਰਾਜੇ ਨੇ, ਮਨਸੁਖ ਸ਼ਾਹੂਕਾਰ ਹੱਥ ਜੋੜ ਕੇ ਥੋੜੀ ਉਹਨੇ ਸਮਾਈਲ ਦਿੱਤੀ, ਖੁਸ਼ ਹੋਇਆ ਵੀ ਇਹ ਮੇਰੇ ਪਸੰਦ ਦੀ ਗੱਲ ਇਹਨੇ ਕੀਤੀ ਹੈ। ਉਹਨੂੰ ਤਰਸ ਆਇਆ ਰਾਜੇ ਤੇ ਵੀ ਵਿਚਾਰਾ ਜਿੰਨੇ ਜੋਗਾ ਹੈ, ਜਿੰਨੀ ਕੁ ਅਕਲ ਹੈ ਉਨੀ ਹੀ ਗੱਲ ਕਰੇਗਾ। ਮਜਨ ਪੂਜਾ ਬ੍ਰਤ ਨਾ ਕਰਹੀ, ਸੰਜਮ ਨੇਮ ਤਿਲਕ ਨਹਿ ਧਰੇ। ਤੇ ਰਾਜੇ ਨੇ ਉਸ ਵੇਲੇ ਆਖਿਆ, ਕਹਿੰਦਾ ਤੇਰੀ ਪਹਿਲੀ ਸ਼ਿਕਾਇਤ ਤੂੰ ਮੱਜਨ ਨਹੀਂ ਕਰਦਾ। ਮੱਜਨ ਕਿਹਨੂੰ ਕਹਿੰਦੇ ਆ? ਸਿਰ ਤੋਂ ਪੈਰਾਂ ਤੱਕ ਇਸ਼ਨਾਨ ਕਰਨਾ, ਪਰ ਉਹ ਚੜ੍ਹੇ ਸੂਰਜ ਕਰਨਾ ਇਹਨਾਂ ਦੇ ਧਰਮ ਮੁਤਾਬਕ। ਦੂਜਾ ਮਨਸੁਖ ਤੇਰੇ ਤੇ ਚਾਰਜਸ ਲੱਗਿਆ, ਭਾਈ ਸ਼ਿਕਾਇਤ ਆਈ ਹੈ ਤੂੰ ਸਵੇਰੇ ਉੱਠ ਕੇ ਸ਼ਿਵਦ ਵਾਲੇ ਨਹੀਂ ਜਾਂਦਾ, ਪੂਜਾ ਨਹੀਂ ਕਰਦਾ, ਤਿਲਕ ਨਹੀਂ ਲਾਉਂਦਾ। ਮਨਸੁਖ ਸ਼ਾਹੂਕਾਰ ਕਹਿੰਦੇ ਜੀ ਬਿਲਕੁਲ ਸੱਚ ਹੈ, ਇਹ ਬਿਲਕੁਲ ਸੱਚ ਹੈ, ਜੋ ਤੁਸੀਂ ਫਰਮਾਇਆ ਇਹਨਾਂ ਚੋਂ ਮੈਂ ਕੁਝ ਵੀ ਕਰਦਾ ਨਹੀਂ। ਕਰੇ ਆਪਣੀ ਰੀਤ ਨਰਾਲੇ, ਏਕੇ ਸਿਖਵਨ ਦੀਨ ਕੁਚਾਲੇ। ਕਹਿਣ ਲੱਗਿਆ ਤੈਨੂੰ ਇਹ ਸਿੱਖਿਆ ਕਿਹਨੇ ਦਿੱਤੀ ਹੈ? ਤੂੰ ਇੱਥੇ ਖੋਟੇ ਕਰਮਾਂ ਕੇ ਕਰਦਾ ਹੈ, ਸਾਡੇ ਧਰਮ ਦੀਆਂ ਧੱਜੀਆਂ ਡਾਉਣਾ ਹੈ, ਤੈਨੂੰ ਵੇਖ ਲੋਕ ਵਿਗੜ ਜਾਣਗੇ। ਮਨਸੁਖ ਸ਼ਾਹੂਕਾਰ ਇੱਥੇ ਆ ਕੁਛ ਨਹੀਂ ਹੋਣਾ, ਮੇਰੇ ਦੇਸ਼ ਵਿੱਚ ਰਹਿਣਾ ਤੇ ਸਭ ਕੁਝ ਕਰਨਾ ਪੈਣਾ। ਸਟਿਕਨੈਸ ਉਹਨੇ ਪਹਿਲੀ ਵਾਰ ਸੋਚਿਆ ਵੀ ਚਲੋ ਕੋਈ ਮੁਸਾਫਰ ਆਇਆ, ਦੂਰੋਂ ਆਇਆ, ਕਿਉਂਕਿ ਵਪਾਰਾਂ ਦੇ ਸਿਰ ਤੇ ਕੰਟਰੀਆਂ ਚੱਲਦੀਆਂ ਹੁੰਦੀਆਂ ਨੇ। ਅੱਜ ਵੀ ਆਯਾਤ ਨਿਰਯਾਤ ਹੁੰਦਾ, ਇੰਪੋਰਟ ਐਕਸਪੋਰਟ ਹੁੰਦਾ ਹੈ। ਆ ਕਰੋਨਾ ਕਾਲ ਵਿੱਚ ਸਾਰੇ ਦੇ ਬੈਂਡ ਕਿਉਂ ਵੱਜ ਗਏ? ਵੱਡੇ ਵੱਡੇ ਸ਼ਿਪ ਖੜ ਗਏ, ਫਲਾਈਟਾਂ ਰੁਕ ਗਈਆਂ, ਦੇਸ਼ਾਂ ਦੇ ਨਾਲ ਸੰਪਰਕ ਖਤਮ ਹੋ ਗਏ, ਤੇ ਭਾਂਡੇ ਵੇਖੇ ਕਿ ਨਹੀਂ ਸਾਰੇ ਆਂਦੇ, ਰੋ ਰਹੇ ਆ ਨਾ ਸਾਰੇ, ਅੱਜ ਤੱਕ ਰੋਂਦੇ ਆ। ਦੁਨੀਆ ਚੱਲਦੀ ਕਿਵੇਂ ਹੈ? ਆਯਾਤ ਨਿਰਯਾਤ ਇੰਪੋਰਟ ਐਕਸਪੋਰਟ ਉਹਨਾਂ ਸਮਿਆਂ 'ਚ ਵੀ ਸੀ। ਰਾਜਾ ਕਹਿੰਦਾ ਤੈਨੂੰ ਮੈਂ ਅੱਜ ਛੱਡ ਦਿੰਦਾ, ਪਰ ਮੈਨੂੰ ਕਾਰਨ ਦੱਸਣਾ ਪੈਣਾ ਵੀ ਤੂੰ ਆ ਕਿਹੜਾ ਧਰਮ ਜਾਂ ਮਨਾਈ ਫਿਰਦਾ ਹੈ। ਮੇਰੇ ਇਸ ਦੇਸ਼ ਵਿੱਚ ਸਾਰੇ ਲੋਕ ਮੰਦਰ ਜਾਂਦੇ ਆ, ਪੂਜਾ ਕਰਦੇ ਆ, ਤਿਲਕ ਲਾਉਂਦੇ ਆ, ਪੰਡਤ ਦਾ ਸਤਿਕਾਰ ਕਰਦੇ ਆ, ਤੂੰ ਕਿਹੜੀਆਂ ਮਨੌਤਾਂ ਲਈ ਫਿਰਦਾ ਹੈ? ਤੇਰੀ ਕਿਹੜੀ ਰਹੁ ਰੀਤ ਹੈ? ਕਿਹੜੀਆਂ ਪੁੱਠੀਆਂ ਲਾਈਨਾਂ ਵਿੱਚ ਪਿਆ ਹੋਇਆ ਏ? ਸ਼ਾਹ ਕਹੇ ਭੂਪਤ ਸੁਣ ਲੀਜੈ, ਏਕ ਕੁਤਰ ਕੰਨਾ ਮਨ ਮੈਂ ਕੀਜੈ। ਉਸ ਵੇਲੇ ਮਨਸੁਖ ਜੀ ਹੱਸ ਕੇ ਆਖਣ ਲੱਗੇ, ਕਹਿੰਦੇ ਰਾਜਨ ਤੂੰ ਬਹੁਤ ਪਿਆਰਾ ਹੈ, ਇਹ ਗੱਲ ਕਰਨ ਦਾ ਤਰੀਕਾ ਹੈ। ਰਾਜਨ ਤੁਸੀਂ ਬਹੁਤ ਚੰਗੇ ਹੋ ਜਿਨ੍ਹਾਂ ਇੰਨੀ ਸੋਹਣੀ ਗੱਲ ਕੀਤੀ, ਪਰ ਇੱਕ ਗੱਲ ਯਾਦ ਰੱਖਿਓ, ਤੁਸੀਂ ਇਹ ਕੁਤਰਕ ਕੀਤੀ ਹੈ। ਇੱਕ ਹੁੰਦੀ ਤਰਕ, ਇੱਕ ਹੁੰਦੀ ਕੁਤਰਕ। ਕੁਤਰਕ ਮਤਲਬ ਕੀ ਹੈ? ਵੀ ਇਹੋ ਜੀ ਬੇਹੁਜਤੀ ਜੀ ਗੱਲ ਜਿਹਦਾ ਕੋਈ ਮਤਲਬ ਇਹ ਨਹੀਂ, ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ, ਮੈਂ ਉਹ ਸਵਾਲ ਤੁਹਾਨੂੰ ਕਰਾਂ ਜਿਹਦਾ ਮੈਨੂੰ ਜਵਾਬ ਹੀ ਨਾ ਹੋਵੇ। ਬੜੇ ਲੋਕ ਹੁੰਦੇ ਆ, ਬੁਝਾਰਤ ਪਾਉਣਗੇ, ਅੱਧਾ ਅੱਧਾ ਘੰਟਾ ਖੱਜਲ ਕਰੀ ਰੱਖਣਗੇ, ਅਗਲਾ ਕਹਿੰਦਾ ਲੈ ਤੂੰ ਦੱਸ ਦੇ, ਕਹਿੰਦਾ ਮੈਨੂੰ ਤੇ ਆਪ ਨਹੀਂ ਸੀ ਪਤਾ। ਉਹਨੂੰ ਕਹਿੰਦੇ ਕੁਤਰਕ, ਵੀ ਤੈਨੂੰ ਆਪ ਪਤਾ ਨਹੀਂ ਤੇ ਦੂਜੇ ਨੂੰ ਮਤਾਂ ਦੇਣ ਤੁਰ ਪਿਆ। ਫਿਰ ਉਸ ਵੇਲੇ ਬੜੇ ਪਿਆਰ ਚ ਆਖਣ ਲੱਗੇ ਮਨਸੁਖ, ਕਹਿੰਦੇ ਰਾਜਨ ਤੁਸੀਂ ਇਹ ਕੁਤਰਕ ਕੀਤੀ ਹੈ, ਮੈਨੂੰ ਇੱਕ ਬੰਦਾ ਸਾਬਤ ਕਰ ਦਿਓ ਮੈਂ ਕਿਸੇ ਧਰਮ ਦੀ ਨਿੰਦਿਆ ਕੀਤੀ ਹੋਵੇ, ਮੈਂ ਕਹਾਂ ਵੀ ਮੰਦਰ ਨਹੀਂ ਜਾਣਾ ਚਾਹੀਦਾ, ਪੂਜਾ ਨਹੀਂ ਕਰਨੀ ਚਾਹੀਦੀ, ਸਾਲਗ੍ਰਾਮ ਨੂੰ ਮੱਥਾ ਨਾ ਟੇਕੋ, ਮੈਂ ਤੇ ਕਿਸੇ ਨੂੰ ਕਿਹਾ ਨਹੀਂ।
ਰਾਜਾ ਕਹਿੰਦਾ ਤੇਰੀ ਸ਼ਿਕਾਇਤ ਆਈ ਹੈ, ਲੋਕੀ ਕਹਿੰਦੇ ਤੂੰ ਸਾਡੇ ਧਰਮ ਦੀ ਖਿਲਾਫਤ ਕਰਦਾ ਹੈ, ਸਾਡੇ ਧਰਮ ਲਈ ਕੂੜ ਪ੍ਰਚਾਰ ਕਰਦਾ ਏ। ਜਗਤ ਤਰੋਵਰ ਕੀ ਸਮਝਨ ਹੋ, ਤੇ ਕੇ ਸਿਖਰ ਮੁਕਤ ਫਲ ਮਨ ਹੋ। ਜਦੋਂ ਹੁਣ ਰਾਜੇ ਨੇ ਪੁੱਛਿਆ, ਉਹਨੇ ਸਵਾਲ ਕੀਤਾ ਵੀ ਤੂੰ ਦੱਸ ਤੇਰੀ ਪ੍ਰੋਬਲਮ ਕੀ ਹੈ। ਮੰਨ ਲਓ ਕੋਈ ਬੰਦਾ ਹੈ, ਉਹ ਕਹਿੰਦਾ ਜੀ ਮੈਂ ਗੁਰਦੁਆਰੇ ਮੱਥਾ ਨਹੀਂ ਟੇਕਦਾ, ਚਲੋ ਠੀਕ ਹੈ, ਉਹਦੇ ਪਿੱਛੇ ਥੋੜਾ ਲੜਨਾ, ਤੂੰ ਕਿਉਂ ਨਹੀਂ ਟੇਕਦਾ। ਉਹਨੂੰ ਇਹ ਪੁੱਛੋ ਵੀ ਮੱਥਾ ਨਾ ਟੇਕਣ ਦਾ ਕਾਰਨ ਕੀ ਹੈ। ਇਹ ਨਾ ਲੜੋ ਵੀ ਤੂੰ ਗੁਰਦੁਆਰੇ ਨਹੀਂ ਜਾਂਦਾ, ਲੜਦੇ ਆ ਲੋਕੀ ਬੱਚਿਆਂ ਨਾਲ। ਤੂੰ ਸਵੇਰੇ ਨਹੀਂ ਉੱਠਦਾ, ਕਾਰਨ ਪੁੱਛੋ ਪਹਿਲਾਂ ਕੀ ਹੈ। ਕੀ ਹੋ ਸਕਦਾ ਹੈ ਕਿਸੇ ਨੇ ਉਹਦੀ ਬੇਇੱਜ਼ਤੀ ਕੀਤੀ ਹੋਵੇ ਉਸ ਥਾਂ ਤੇ, ਕਿਸੇ ਨੇ ਮਾੜਾ ਚੰਗਾ ਬੋਲਿਆ ਹੋਵੇ, ਉਹਨੇ ਕੁਛ ਐਸਾ ਵੇਖਿਆ ਹੋਵੇ, ਉਹਦਾ ਚੇਤਨਾ ਕਰਦਾ ਹੋਵੇ, ਤੇ ਜਦੋਂ ਤੁਸੀਂ ਉਹਦੀ ਰਗ ਫੜੋਗੇ, ਉਹ ਗੱਲ ਫੜੋਗੇ, ਉਹ ਤੁਹਾਡੇ ਸਾਹਮਣੇ ਦੱਸੇਗਾ ਜੀ ਮੈਂ ਇਸ ਕਰਕੇ ਸੇਵਾ ਛੱਡੀ, ਮੈਂ ਇਸ ਕਰਕੇ ਗੁਰਦੁਆਰਾ ਛੱਡਿਆ, ਮੈਂ ਇਸ ਕਰਕੇ ਮੰਦਿਰ ਛੱਡਿਆ, ਇਸ ਕਰਕੇ ਮਸਜਿਦ ਛੱਡੀ, ਮੈਂ ਤਾਂ ਨਹੀਂ ਜਾਂਦਾ। ਉਹਨੂੰ ਸਮਝਾਓ ਭਾਈ ਤੂੰ ਲੋਕਾਂ ਨਾਲ ਨਹੀਂ ਜੁੜਨਾ, ਤੂੰ ਜੁੜਨਾ ਰੱਬ ਨਾਲ, ਅੱਲਾ ਨਾਲ, ਰਾਮ ਨਾਲ, ਖੁਦਾ ਨਾਲ, ਤੇ ਗੱਲ ਸੌਲਭ ਹੈ। ਕਹਿੰਦਾ ਰਾਜਨ ਮਨਸੁਖ ਸ਼ਾਹੂਕਾਰ, ਇਹ ਜਿਹੜੀ ਦੁਨੀਆ ਨਾ, ਇਹ ਇੱਕ ਬ੍ਰਿਸ਼ ਹੈ, ਇੱਕ ਰੁੱਖ ਹੈ। ਕਿਉਂਕਿ ਹਰ ਅਦਾਲਤ ਦੇ ਵਿੱਚ ਭਾਵੇਂ ਕੋਈ ਕ੍ਰਿਮੀਨਲ ਬੰਦਾ ਹੈ, ਕ੍ਰਾਈਮ ਕੀਤਾ ਹੈ, ਉਹਨੂੰ ਵੀ ਆਪਣਾ ਪੱਖ ਤੇ ਆਪਣਾ ਵਕੀਲ ਕਰਨ ਦਾ ਹੱਕ ਹੁੰਦਾ ਹੈ। ਮਨਸੁਖ ਸ਼ਾਹੂਕਾਰ ਉੱਤੇ ਬਲੇਮ ਕੀਤਾ ਗਿਆ ਹੈ, ਦਾਗ ਲਾਇਆ ਗਿਆ ਹੈ, ਸ਼ਿਕਾਇਤਾਂ ਆਈਆਂ ਉਹਦੀਆਂ ਵੀ ਇਹ ਬੰਦਾ ਸਾਡੇ ਧਰਮ 'ਚ ਖਲਲ ਪਾਉਂਦਾ ਹੈ। ਉਹ ਕਹਿੰਦਾ ਕਾਰਨ ਦੱਸ। ਰਾਜਾ ਸ਼ਿਵਨਾਭ ਕਹਿੰਦਾ, ਉਹ ਕਹਿੰਦਾ ਜੀ ਦੁਨੀਆ ਸਾਰੀ ਇੱਕ ਰੁੱਖ ਹੈ, ਇਸ ਰੁੱਖ ਉੱਤੇ ਕਈ ਪ੍ਰਕਾਰ ਦੇ ਮਿੱਠੇ ਫਲ ਲੱਗੇ ਨੇ। ਤਾਂ ਕੋ ਲੀਨ ਹਿਤ ਦਵੈ ਪੰਥਾ, ਸਰਬ ਸੰਤ ਭਾਖਤ ਪੁੰਨ ਗ੍ਰੰਥਾ। ਤੇ ਹੁਣ ਇੱਥੇ ਗੱਲ ਉਹ ਕਰਨੀ ਪੈਣੀ ਹੈ ਜਿਹੜੀ ਕਾਗਜ਼ੀ ਪੱਤਰੀ ਸਹੀ ਹੋਵੇ। ਵਰਬਲੀ ਜੋ ਮਰਜ਼ੀ ਕਹੀ ਜਾਓ, ਉਹ ਬਿਆਨ ਥੋੜਾ ਮੰਨੇ ਜਾਂਦੇ ਆ। ਜੋ ਲਿਖਾਇਆ ਜਾਊਗਾ, ਅੱਜ ਵੀ ਅਦਾਲਤਾਂ 'ਚ, ਥਾਣੇ ਕਚਹਿਰੀਆਂ 'ਚ ਉਹੀ ਬਿਆਨ ਚੱਲਦੇ ਆ। ਹੁਣ ਉਹ ਚੀਜ਼ ਹੋਣੀ ਚਾਹੀਦੀ ਸੋਲਿਡ ਪ੍ਰੂਫ। ਮਨਸੁਖ ਸ਼ਾਹੂਕਾਰ ਪੜ੍ਹਿਆ ਲਿਖਿਆ ਸੀ, ਉਹ ਧਰਮ ਬਾਰੇ ਨੌਲੇਜ ਰੱਖਦਾ ਸੀ। ਕਹਿੰਦਾ ਵੇਖੋ ਜੀ ਜਿਹਨੇ ਨਿਗਮ ਆਗਮ ਵੇਦ ਕਤੇਬ ਨੇ, ਉਹਨਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਹੋਇਆ। ਮੈਂ ਤੁਹਾਡੇ ਧਰਮ 'ਚੋਂ ਗੱਲ ਕਰਦਾ, ਮੈਂ ਆਪਣੀ ਗੱਲ ਬਾਅਦ 'ਚੋਂ ਕਰੂੰਗਾ, ਪਹਿਲਾਂ ਤੁਹਾਡੇ ਧਰਮ ਦੇ ਮੁਤਾਬਕ ਤੁਹਾਨੂੰ ਦੱਸਣ ਲੱਗਾ ਵੀ ਮੈਂ ਪੂਜਾ ਅਰਚਨਾ ਬੰਦਨਾ ਡੰਡਾਉਤ ਕਿਉਂ ਨਹੀਂ ਕਰਦਾ। ਰਾਜੇ ਦਾ ਬੜਾ ਇੰਟਰਸਟ ਹੋ ਗਿਆ ਸੁਣਨ ਦੇ ਵਾਸਤੇ ਵੀ ਬੰਦਾ ਵਿਦਵਾਨ ਲੱਗਦਾ ਹੈ, ਕੋਈ ਚੰਗੀ ਸਮਝ ਰੱਖਦਾ ਹੈ, ਕੋਈ ਕਾਰਨ ਹੋਊਗਾ। ਦੇਖੋ ਸਮਝਦਾਰ ਬੰਦਾ ਕੋਈ ਧਰਮ ਦਾ ਕਰਮ ਛੱਡਦਾ ਹੈ, ਮੰਨ ਲਓ ਉਹਨੂੰ ਲੱਗਿਆ ਵੀ ਪਖੰਡ ਆ ਯਾਰ ਆਹ ਚੀਜ਼, ਉਹ ਸਿਆਣਾ ਹੈ। ਇੱਕ ਮੂਰਖ ਮੇਰੇ ਵਰਗਾ ਭੇਡ ਬਣ ਕੇ ਕਿਸੇ ਪਿੱਛੇ ਲੱਗਿਆ ਵੀ ਉਹ ਮੱਥਾ ਟੇਕਣ ਨਹੀਂ ਜਾਂਦਾ, ਮੈਂ ਨਹੀਂ ਜਾਂਦਾ, ਉਹਨੇ ਯਾਤਰਾ ਛੱਡਤੀ ਮੈਂ ਛੱਡਤੀ, ਉਹਨੇ ਜਪਜੀ ਦਾ ਜਾਪ ਛੱਡਤਾ ਮੈਂ ਛੱਡਤਾ, ਇਹ ਤੇ ਬੇਵਕੂਫੀ ਹੈ ਨਾ। ਕਾਰਨ ਦੱਸੋ। ਹੁਣ ਉਹ ਕਾਰਨ ਆਪਣਾ ਦੱਸਦੇ ਆ, ਕਹਿੰਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਦੁਨੀਆ ਇੱਕ ਬ੍ਰਿਛ ਹੈ, ਇੱਕ ਬਹਿੰਗ ਇੱਕ ਕੀਟੀ ਰੀਤਾ, ਚਲਹਿ ਨਿਰੰਤਰ ਪਾਏ ਸਪ੍ਰੀਤਾ। ਦੁਨੀਆ ਦੇ ਵਿੱਚ ਦੋ ਰਸਤੇ ਨੇ ਰੁੱਖ ਤੇ ਜਾਣ ਦੇ। ਧਾਰਮਿਕ ਸ਼ਾਸਤਰਾਂ ਦੇ ਮੁਤਾਬਕ ਕਹਿੰਦੇ ਇੱਕ ਹੈ ਪੰਛੀ ਦੀ ਉਡਾਰੀ, ਤੋਤਾ ਆਇਆ ਉੱਡਿਆ ਫਲ ਚੱਖਿਆ ਗਿਆ। ਇੱਕ ਕੀੜੀ ਹੈ ਵਿਚਾਰੀ, ਉਹ ਪਹਿਲਾਂ ਜੜਾਂ ਵਾਲੇ ਪਾਸੇ ਤੋਂ ਚੜ੍ਹਨ ਲੱਗੀ, ਕਦੇ ਭੁੱਲ ਕੇ ਇੱਧਰ ਨੂੰ ਚਲੇ ਗਈ, ਫਿਰ ਸੱਜੀ ਟਾਹਣ ਤੇ ਆ ਗਈ, ਖੱਬੀ ਤੇ, ਉਹਨੇ ਕਿੰਨਾ ਸਮਾਂ ਲਾਇਆ। ਭਾਵ ਇੱਕ ਕੀੜੀ ਦਾ ਰਸਤਾ, ਇੱਕ ਪੰਛੀ ਦਾ ਰਸਤਾ। ਮਨਸੁਖ ਸ਼ਾਹੂਕਾਰ ਕਹਿੰਦੇ ਜੀ ਦੋਈ ਤੇ ਰਾਹ ਨੇ। ਤੁਹਾਡੇ ਵੇਦ ਗ੍ਰੰਥ ਇਹ ਕੂਕ ਕੂਕ ਕੇ ਆਖਦੇ ਨੇ, ਜਿਨ ਕੋ ਸਤਿਗੁਰ ਮਿਲੇ ਕਿਰਪਾਲਾ, ਤੇ ਖਗ ਜਿਉ ਪਹੁੰਚੇ ਤਤਕਾਲਾ। ਜਿਨ੍ਹਾਂ ਨੂੰ ਸਤਿਗੁਰ ਪੂਰਾ ਮਿਲ ਜੇ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਤੇ ਪੰਛੀ ਬਣ ਕੇ ਉਡਾਰੀ ਮਾਰ ਇਸ ਮੁਕਤੀ ਦਾ ਫਲ ਖਾ ਲੈਂਦੇ ਆ। ਤੇ ਜਿਹਨੂੰ ਗੁਰੂ ਪੂਰਾ ਨਾ ਮਿਲੇ, ਉਹ ਵਿਚਾਰਾ ਚੌਂਕਾਂ ਦੇ ਘੁੰਮਦਾ ਰਹਿੰਦਾ, ਕਦੇ ਕੀੜੀ ਵਾਂਗੂ ਇੱਧਰ ਚਲ ਗਿਆ, ਕਦੇ ਉੱਧਰ ਚਲ ਗਿਆ, ਰਾਹ ਹੀ ਨਹੀਂ ਲੱਭਦਾ, ਉੱਥੇ ਪਹੁੰਚਦਾ ਨਹੀਂ। ਜਦੋਂ ਰਾਜੇ ਨੇ ਸੁਣਿਆ, ਕਹਿੰਦੇ ਦੁਬਾਰਾ ਦੱਸ। ਗੱਲ ਗਹਿਰੀ ਸੀ, ਸਰੋਤ ਗਹਿਰੀ ਹੋਣੀ ਚਾਹੀਦੀ ਹੈ। ਰਾਜਾ ਕਿਉਂ ਦਿਲਚਸਪੀ ਰੱਖਦਾ? ਉਹ ਸੱਚਮੁੱਚ ਧਰਮੀ ਹੈ ਔਰ ਉਸੇ ਦੇ ਧਰਮ 'ਚ ਸੁਣਾ ਰਿਹਾ ਹੈ। ਵਿਦਵਾਨ ਉਹਨੂੰ ਕਹਿੰਦੇ ਆ ਜੋ ਜਿਹੜਾ ਧਰਮ ਦਾ ਬੰਦਾ ਬੈਠਾ, ਉਹਨੂੰ ਉਹਦੇ ਧਰਮ ਦੀ ਗੱਲ ਸੁਣਾ ਕੇ ਕੰਪੈਲ ਕਰੇ, ਵੇਖ ਭਾਈ ਸੱਚੇ ਆ ਤੇ ਝੂਠੇ ਆ। ਹੁਣ ਇੱਥੇ ਬੈਠਾ ਮੁਸਲਮਾਨ ਹੋਵੇ, ਮੈਂ ਕਹਾਂ ਮਹਾਰਾਜਾ ਐਂ ਕਹਿੰਦੇ, ਮਹਾਰਾਜਾ ਉਹ ਕਹਿੰਦਾ ਯਾਰ ਤੇਰੇ ਮਹਾਰਾਜ ਕਹਿੰਦੇ ਆ, ਸਾਡੇ ਵਾਲਾ ਅੱਲਾ ਤਾਂ ਕਹਿੰਦਾ ਨਹੀਂ ਕੁਛ, ਉਹਦੇ ਬਾਰੇ ਦੱਸ। ਉਹਨੂੰ ਦੱਸਣਾ ਪੈਣਾ ਤੇਰੇ ਕੁਰਾਨ ਮਜੀਦ ਵਿੱਚ ਇੱਥੇ ਆ ਲਿਖਿਆ ਹੋਇਆ ਹੈ। ਜੇ ਕੋਈ ਕ੍ਰਿਸਚਨ ਬੈਠਾ, ਉਹਨੂੰ ਦੱਸਣਾ ਪੈਣਾ ਤੇਰੀ ਬਾਈਬਲ ਦੇ ਵਿੱਚ ਕੀ ਲਿਖਿਆ ਹੋਇਆ, ਧਰਮ ਦੇ ਪਰਥਾਏ, ਰੱਬ ਦੇ ਪਰਥਾਏ, ਕਰਮ ਦੇ ਪਰਥਾਏ।
ਕੋਈ ਹਿੰਦੂ ਵੀਰ ਆਇਆ ਉਹਨੂੰ ਰਮਾਇਣ ਚੋਂ, ਵੇਦਾਂ ਚੋਂ, ਗ੍ਰੰਥਾਂ ਚੋਂ ਦੱਸਣਾ ਪੈਣਾ, ਭਵਿੱਖਤ ਪੁਰਾਣ ਸੁਣਾਉਣਾ ਪੈਣਾ, ਸ਼ਿਵ ਪੁਰਾਣ ਚੋਂ ਦੱਸਣਾ ਪੈਣਾ ਵੀ ਤੇਰੀਆਂ ਮਨੌਤਾਂ ਇਹ ਨੇ ਭਾਈ, ਇਹ ਤੋਂ ਬਾਅਦ ਸਾਡੀਆਂ ਹੀ ਨੇ। ਹੁਣ ਜਦੋਂ ਇਹ ਗੱਲ ਦੱਸਣ ਲੱਗਿਆ ਕਿਹੜੇ ਪੁਰਾਣ 'ਚ ਲਿਖੀ ਹੋਈ ਹੈ ਜੀ, ਜਿਹੜੀ ਗੱਲ ਸੁਣਾਉਣ ਲੱਗਾ ਮਨਸੁਖ ਸ਼ਾਹੂਕਾਰ, ਇਹ ਲਿਖੀ ਹੈ ਗਰੜ ਪੁਰਾਣ ਵਿੱਚ। ਕੀੜੀ ਮਾਰਗ ਤੇ ਪੰਛੀ ਮਾਰਗ। ਕਹਿੰਦੇ ਜਿਹਦੇ ਕੋਲ ਪੂਰਾ ਸਤਿਗੁਰੂ ਹੋਵੇ ਉਹ ਬਿਹੰਗਮ ਨਾਮ ਹੁੰਦਾ ਪੰਛੀ ਦਾ। ਤੁਸੀਂ ਵੇਖਿਆ ਹੋਣਾ ਕਈ ਵਾਰ ਨਾ ਮਹਾਂਪੁਰਖਾਂ ਦੇ ਅਸਥਾਨਾਂ ਤੇ ਡੇਰਿਆਂ 'ਚ ਕਈ ਸਿੰਘ ਹੁੰਦੇ ਜਿਹੜੇ ਵਿਆਹ ਨਹੀਂ ਕਰਾਉਂਦੇ, ਉਹਨੂੰ ਕੀ ਕਹਿੰਦੇ ਆ? ਕਹਿੰਦੇ ਬਿਹੰਗਮ ਸਿੰਘ ਹੈ ਜੀ। ਬੜਿਆਂ ਦੇ ਮਨ 'ਚ ਹੋਣਾ ਬਿਹੰਗਮ ਕੀ ਹੁੰਦਾ ਹੈ? ਬਿਹੰਗਮ ਕਹਿੰਦੇ ਪੰਛੀ ਨੂੰ। ਜਿਵੇਂ ਪੰਛੀ ਦਾ ਅੱਗਾ ਪਿੱਛਾ ਨਹੀਂ, ਜਿੱਥੇ ਉਡਾਰੀ ਮਾਰੀ ਉਹੀ ਦੇਸ਼ ਆਪਣਾ, ਉਹੀ ਆਲਣਾ ਆਪਣਾ। ਤੇ ਹੁਣ ਜਿਹੜਾ ਵਿਆਹਿਆ ਨਹੀਂ ਹੋਇਆ ਮੇਰੇ ਵਾਂਗੂ, ਉਹ ਜਿੱਥੇ ਮਰਜੀ ਬੈਠੀ ਉਹੀ ਗੁਰਦੁਆਰਾ ਆਪਣਾ, ਆਖੋ ਸਤਨਾਮ, ਉਹ ਤਾਂ ਆਪਣਾ ਹੀ ਹੈ। ਤੇ ਹੁਣ ਜਿਹੜਾ ਵਿਆਹਿਆ ਹੋਊਗਾ ਜਿਹਦੀ ਘਰ ਵਾਲੀ ਨਾਲ ਆ, ਬੱਚੇ ਨਾਲ ਨੇ, ਉਹ ਕਹਿੰਦਾ ਯਾਰ ਮੈਂ ਬਦਲੀ ਵੀ ਨਹੀਂ ਕਰਾ ਸਕਦਾ, ਬੱਚੇ ਪੜ੍ਹਦੇ ਆ ਸਕੂਲ 'ਚ, ਐਡਮਿਸ਼ਨ ਲਈ ਹੋਈ ਆ ਉੱਥੇ, ਛੁੱਟੀ ਹੋਊ ਵੇਖਾਂਗੇ। ਭਾਵ ਬਿਹੰਗਮ, ਜਿਹਦਾ ਅੱਗਾ ਪਿੱਛਾ ਕੋਈ ਨਹੀਂ। ਪੰਛੀਆਂ ਦਾ ਅੱਗਾ ਪਿੱਛਾ ਕੀ ਆ? ਉਹ ਬੱਚਿਆਂ ਨੂੰ ਪਾਲ ਕੇ ਚੋਗਾ ਦੇ ਕੇ ਛੱਡ ਜਾਂਦੇ, ਕਹਿੰਦੇ ਜਾਓ ਮੌਜਾਂ ਕਰੋ ਗੋਰਿਆਂ ਵਾਂਗੂ। ਤੇ ਜਿਹੜੇ ਗ੍ਰਸਤੀ ਹੁੰਦੇ ਆ ਉਹ ਕੁੱਟ ਖਾ ਕੇ ਵੀ, ਮਿੰਨਤਾਂ ਤਰਲੇ ਕਰਕੇ ਵੀ, ਬੇਇੱਜ਼ਤੀ ਕਰਾ ਕੇ ਵੀ, ਜਦੋਂ ਪੁੱਤ ਨੂੰ ਲਿਖਣਾ ਨਾ ਅਖਬਾਰ 'ਚ ਵੀ ਇਹ ਸਾਡੀ ਚੱਲ ਅਚਲ ਜਾਇਦਾਦ ਤੋਂ ਦੂਰ ਹੈ, ਉਦੋਂ ਵੀ ਕਹਿੰਦੇ ਆ ਮੇਰਾ ਪੁੱਤ ਸੀ ਜੀ ਮੈਂ ਛੱਡਤਾ, ਮੇਰਾ ਹਜੇ ਵੀ ਹੈ ਅੰਦਰ, ਭਾਵੇਂ ਛੱਡਤਾ ਮੋਹ ਥੋੜੀ ਛੱਡਿਆ। ਉਸ ਵੇਲੇ ਆਖਣ ਲੱਗੇ ਆ ਜੀ ਇਹ ਜਿਹੜਾ ਪੰਛੀ ਮਰ ਗਏ, ਮੈਨੂੰ ਮੇਰੇ ਸਤਿਗੁਰ ਨੇ ਦੱਸਿਆ ਏ, ਮਿਲੇ ਨ ਸਤਿਗੁਰ ਜਿਨ ਕੋ ਪੂਰੇ, ਤਿਨ ਕੋ ਫਲ ਲੈਨੋ ਅਤ ਦੂਰੇ। ਜਿਨ੍ਹਾਂ ਨੂੰ ਸਤਿਗੁਰ ਪਿਆਰਾ ਨਹੀਂ ਮਿਲਿਆ ਨਾ, ਉਹਨਾਂ ਨੂੰ ਫਲ ਨਹੀਂ ਮਿਲਦਾ, ਉਹਨਾਂ ਲਈ ਦੂਰ ਹੈ। ਹੁਣ ਕੀੜੀ ਵਿਚਾਰੀ ਕਿੰਨਾ ਸਫ਼ਰ ਤੈਅ ਕਰਦੀ ਹੈ, ਫਿਰ ਵੀ ਕੁਛ ਮਿਲੇ ਨਾ ਮਿਲੇ, ਹੋ ਸਕਦਾ ਫਲ ਤੋਂ ਹੀ ਡਿੱਗ ਜੇ। ਜਿਨ ਕੋ ਸਤਿਗੁਰ ਭੇਟੀ ਹੈ ਵਿੱਚੇ ਹੋਵੇ ਮੁਕਤ, ਮਹਾਰਾਜ ਨੇ ਲਿਖਿਆ। ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹ ਵਿੱਚੇ ਮੁਕਤ ਹੋ ਜਾਂਦੇ, ਪਰਿਵਾਰ 'ਚ ਰਹਿੰਦੇ ਆ, ਕਿਉਂਕਿ ਉਹ ਫਲਾਈਟ ਹੈ, ਫਲਾਈ ਕਰਦੇ ਆ, ਉੜਦੇ ਆ। ਗੁਰੂ ਕਾ ਸਿੱਖ ਉਡਾਰੀ ਮਾਰਦਾ, ਸੁਰਤ ਦੀ ਉਡਾਰੀ। ਆਪਾਂ ਰੋਜ਼ ਆ ਕਥਾ ਸੁਣਦੇ ਆ ਕਿ ਸਾਡੀ ਸੁਰਤ ਜਿੱਥੇ ਮਹਾਰਾਜ ਬੈਠੇ ਉੱਥੇ ਨਹੀਂ ਜਾਂਦੀ, ਫਲਾਈ ਕਰਦੇ ਆ ਆਪਾਂ ਰੋਜ਼। ਹਾਂ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਉਹ ਕਰਦੇ। ਕਈ ਤੇ ਵਿਚਾਰੇ ਘੜੀ ਘੜੀ ਦੇਖੀ ਜਾਂਦੇ ਆ, ਮੇਰੇ ਵਾਂਗੂ ਇੱਧਰ ਵੇਖ ਲਿਆ ਕਿੰਨਾ ਟਾਈਮ ਹੋ ਗਿਆ, ਕੀ ਕਰਦੇ, ਨਹੀਂ ਪਹੁੰਚੇ। ਅਸੀਂ ਕੀੜੀਆਂ ਹਾਂ। ਜਦੋਂ ਕਹਿੰਦੇ ਬਚਨ ਆਖਿਆ ਨਾ, ਰਾਜੇ ਦੇ ਮਨ 'ਚ ਆਇਆ ਵੀ ਬੰਦੇ ਕੋਲ ਸੱਚੀ ਕੋਈ ਗੁਣ ਹੈ, ਕੋਈ ਇਹਨੂੰ ਪੂਰਾ ਫਕੀਰ ਮਿਲਿਆ ਲੱਗਦਾ। ਹੁਣ ਜਿਹੜੇ ਉਹ ਪੰਡਤ ਬੈਠੇ ਸੀ ਉਹ ਰਾਜੇ ਸਾਹਮਣੇ ਕੁਝ ਨਹੀਂ ਬੋਲ ਸਕਦੇ, ਕਿਉਂਕਿ ਰਾਜਾ ਉਹਦੀ ਪਾਵਰ ਬਹੁਤ ਵੱਡੀ ਹੈ। ਉਹਨਾਂ ਨੇ ਜੋ ਕਹਿਣਾ ਸੀ ਕਹਿ ਲਿਆ। ਹੁਣ ਇੱਥੇ ਮਨਸੁਖ ਸ਼ਾਹੂਕਾਰ ਕਹਿੰਦਾ ਜੀ ਪੂਰਾ ਸਤਿਗੁਰ ਮਿਲ ਜੇ ਤੇ ਪੰਛੀ ਦਾ ਰਾਹ ਮਿਲਦਾ ਹੈ, ਨਾ ਮਿਲੇ ਕੀੜੀ ਰਾਹ ਕਿਹੜਾ ਏ? ਯੋਗੀ ਬਣ ਗਿਆ, ਵਰਤ ਰੱਖ ਲੇ, ਤਪ ਕਰ ਲੇ, ਮਿਲਦਾ ਇਹਨਾਂ ਨਾਲ? ਕਦੇ ਮਹਾਰਾਜ ਦੇ ਬਚਨ ਪੜ੍ਹ ਕੇ ਵੇਖਿਓ, ਗੁਰੂ ਸਾਹਿਬ ਨੇ ਤੇ ਬੜਾ ਕੁਝ ਲਿਖਿਆ ਹੋਇਆ ਹੈ। ਕਹਿੰਦੇ ਤੈਨੂੰ ਕਰਮ ਕਾਂਡਾਂ 'ਚ ਪਰਮਾਤਮਾ ਨਹੀਂ ਮਿਲਣਾ, ਜਦ ਵੀ ਮਿਲਣਾ ਸਿੱਧਿਆਂ ਹੋ ਕੇ ਮਿਲਣਾ ਹੈ, ਸੱਚਿਆਂ ਹੋ ਕੇ ਮਿਲਣਾ ਹੈ। ਰਾਜਾ ਕਹਿੰਦਾ ਅੱਛਾ ਤੂੰ ਕਿਹੜੇ ਧਰਮ 'ਚੋਂ ਆ? ਕਹਿੰਦਾ ਜੀ ਮੇਰਾ ਧਰਮ ਹੈ ਬਿਹੰਗਮ, ਮੈਂ ਪੰਛੀ ਮਾਰਗ ਨਾਲ ਚੱਲਦਾ ਹਾਂ। ਜਿਨ ਕੀ ਗਤ ਕੀਟੀ ਕੀ ਨਿਆਈ, ਦੁਸ਼ਟਰ ਪਹੁੰਚਨ ਹੈ ਤੇ ਥਾਈ। ਹੁਣ ਜਿਹੜੀਆਂ ਕੀੜੀਆਂ ਨੇ ਜੀ ਉਹ ਪੰਛੀਆਂ ਨਾਲ ਈਰਖਾ ਕਰੀ ਜਾਣ ਵੀ ਆਹ ਦੇਖ ਆਇਆ ਲੈ ਗਿਆ, ਫਲ ਖਾ ਗਿਆ, ਅਸੀਂ ਤੇ ਕੱਲ੍ਹ ਨੂੰ ਪਹੁੰਚਣਾ। ਹੁਣ ਪੰਛੀ ਨੂੰ ਕੀ ਫਰਕ ਪੈਂਦਾ ਜੀ ਮੇਰੇ ਨਾਲ ਕੀੜੀ ਵਹਿਸ ਕਰਦੀ ਹੈ, ਹਾਥੀ ਚੱਲੇ ਕੁੱਤੇ ਭੌਂਕਣ, ਫਰਕ ਪੈਂਦਾ ਕੋਈ ਨਹੀਂ। ਉਹ ਕਹਿੰਦਾ ਯਾਰ ਇਹ ਮੇਰੇ ਮੁਤਾਬਕ ਹੀ ਨਹੀਂ, ਇਹਨਾਂ ਨਾਲ ਮੈਂ ਬਹਿਸ ਕਰਾਂ, ਮੈਂ ਹਾਥੀ ਹਾਂ। ਤੇ ਇੱਥੇ ਮੇਰੇ ਵਰਗੇ ਨੂੰ ਕੋਈ ਉਹ ਤੈਨੂੰ ਫਲਾਣਾ ਕਹਿੰਦਾ ਲੈ ਪਹਿਲਾਂ ਮੈਂ ਇਹਦੇ ਨਾਲ ਹੀ ਗੱਲ ਕਰਦਾ, ਬਾਕੀ ਵੇਖਾਂਗੇ ਕੀ ਹੈ। ਅਸੀਂ ਤੇ ਐਡੀ ਛੋਟੀ ਸੋਚ ਵਾਲੇ ਆ, ਸਾਡੀ ਸੋਚ ਹੈ ਕੀੜੀ ਵਾਲੀ, ਤੇ ਗੁਰੂ ਕੇ ਸਿੱਖਾਂ ਦੀ ਸੋਚ ਹੈ ਪੰਛੀ ਵਾਲੀ। ਹੁਣ ਕੀੜੀਆਂ ਲੱਖ ਗਾਲਾਂ ਕੱਢੀ ਜਾਣ ਵੀ ਇਹ ਲੁੱਟਦੀ ਜਾਂਦੀ, ਬਾਜ ਉੱਡਦਾ ਜਾਂਦਾ, ਬਾਜ ਵੇਖਦਾ ਕਿਸੇ ਘੜੀ, ਉਹ ਕਹਿੰਦਾ ਨਹੀਂ ਸਾਡਾ ਕੰਮ ਨਹੀਂ ਹੈ, ਸਾਡਾ ਕੰਮ ਉੱਡਣਾ ਹੈ, ਆਨੰਦ ਲੈਣਾ ਹੈ। ਜਦੋਂ ਇਹ ਗੱਲ ਕਈ ਕੋਲ ਬੈਠੇ ਲੋਕਾਂ ਨੂੰ ਚੁੱਭ ਗਈ, ਸ਼ਿਕਾਇਤੀਆਂ ਨੂੰ ਵੀ ਸਾਨੂੰ ਕੀੜੀ ਦੱਸਦਾ, ਉਹ ਲੜ ਪੈਂਦੇ ਇਹਨਾਂ ਗੱਲਾਂ ਪਿੱਛੇ ਵੀ ਮੈਨੂੰ ਕੀੜੀ ਕਿਹਾ, ਤੂੰ ਪੰਛੀ ਹੈ। ਪਰ ਮਨਸੁਖ ਸ਼ਾਹੂਕਾਰ ਨੇ ਕਿਸੇ ਤੇ ਗੱਲ ਲਾ ਕੇ ਨਹੀਂ ਕਹੀ। ਉਹ ਕਹਿੰਦਾ ਰਾਜਨ ਦੋ ਤਰ੍ਹਾਂ ਦੇ ਰਸਤੇ ਨੇ। ਹੁਣ ਕੀੜੀ ਨੇ ਆਪਣੇ ਰਾਹ ਚੱਲਣਾ ਹੈ, ਉਹ ਆਪਣੀ ਕਿਸਮਤ ਨੂੰ ਦੋਸ਼ ਦੇਵੇ ਮੈਂ ਕੀੜੀ ਕਿਉਂ ਆ, ਮੈਂ ਤੇਜ਼ ਕਿਉਂ ਨਹੀਂ ਚੱਲਦੀ। ਤੇ ਪੰਛੀ ਨੇ ਕੀ ਦੋਸ਼ ਦੇਣਾ? ਉਹ ਕਹਿੰਦਾ ਮੈਨੂੰ ਰੱਬ ਨੇ ਖੰਭ ਦਿੱਤੇ, ਮੈਂ ਉਡਾਰੀ ਜਿੱਧਰ ਮਰਜ਼ੀ ਦੀ ਭਰਾਂ, ਜਿੱਥੇ ਮੇਰਾ ਜੀ ਕਰਦਾ ਮੈਂ ਉੱਡ ਕੇ ਜਾਵਾਂਗਾ। ਕਹਿੰਦੇ ਜੀ ਬਸ ਧਰਮ ਕੋਈ ਮਾੜਾ ਨਹੀਂ ਹੈ, ਧਰਮ ਦੇ ਵਿੱਚ ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਕਰਕੇ ਰੱਬ ਮਿਲਦਾ ਹੀ ਨਹੀਂ। ਤੁਮ ਇਕਾਦਸ਼ੀ ਬ੍ਰਤ ਰਖੰਤੇ, ਦਿਨ 15ਵੇਂ ਸੰਜਮ ਕਰੰਤੇ। ਰਾਜੇ ਨੂੰ ਸੁਣ ਕੇ ਚੰਗਾ ਲੱਗਾ ਗੱਲਾਂ ਸ਼ਿਵਨਾਭ ਨੂੰ, ਕਿਉਂਕਿ ਧਰਮ ਦੀ ਗੱਲ ਚੱਲਦੀ ਹੈ।
ਡੂੰਘੀ ਨੌਲੇਜ ਦੀ ਗੱਲ ਚੱਲਦੀ ਹੈ। ਕਹਿੰਦਾ ਅੱਛਾ ਇਹਨੂੰ ਖੋਲ ਕੇ ਦੱਸ। ਕਹਿੰਦਾ ਜੀ ਵੇਖੋ ਤੁਸੀਂ ਇਕਾਦਸ਼ੀ ਮਨਾਉਂਦੇ ਹੋ? ਰਾਜਾ ਕਹਿੰਦਾ ਹਾਂ। ਇਕਾਦਸ਼ੀ ਨੂੰ ਕੀ ਹੁੰਦਾ ਹੈ? ਰਾਜਾ ਕਹਿੰਦਾ ਅਸੀਂ ਵਰਤ ਰੱਖਦੇ ਹਾਂ, ਸਾਡਾ ਦੇਸ਼ ਰੱਖਦਾ ਸਾਰਾ। ਕਿਹਨੇ ਕਿਹਾ ਹੈ? ਸਾਡੇ ਧਾਰਮਿਕ ਆਗੂਆਂ ਨੇ ਕਿਹਾ, ਮਤਲਬ ਪੰਡਤ ਲੋਕਾਂ ਨੇ, ਸਤਿਕਾਰਯੋਗ ਪੰਡਤ ਜੀ, ਉਹਨਾਂ ਨੇ ਕਿਹਾ ਹੈ ਵੀ ਇਕਾਦਸ਼ੀ ਨੂੰ ਰਾਜਨ ਵਰਤ ਰੱਖਿਆ ਕਰੋ, ਭੁੱਖੇ ਰਹੋਗੇ ਰੋਗ ਨਹੀਂ ਲੱਗਦੇ, ਮਤਲਬ ਰੱਬ ਮਿਲ ਜਾਂਦਾ ਹੈ, ਰਾਮ ਮਿਲ ਜਾਂਦਾ ਹੈ। ਪਰ ਇੱਥੇ ਮਨਸੁਖ ਸ਼ਾਹੂਕਾਰ ਕਹਿੰਦੇ ਇਹ ਗਲਤ ਹੈ, ਸਾਡੇ ਲਈ ਗਲਤ ਹੈ। ਪੰਛੀ ਭੁੱਖਾ ਕਿਉਂ ਰਹੇ ਜੀ? ਜਿਹਦੇ ਕੋਲ ਉੱਡਣ ਲਈ, ਉਡਾਨ ਭਰਨ ਲਈ ਸਮਾਂ, ਉਹ ਕਿਉਂ ਭੁੱਖਾ ਰਹੇ? ਕੀੜੀ ਸੋਚ ਸਕਦੀ ਹੈ ਵੀ ਅੱਜ ਮੀਂਹ ਪੈਂਦਾ, ਬਾਰਿਸ਼ ਹੈ, ਧਰਤੀ ਪਾਣੀ ਨਾ ਭਰੀ, ਮੈਂ ਨਹੀਂ ਜਾ ਸਕਦੀ, ਉਹਦੀ ਬੇਵਸੀ ਹੈ। ਮਨਸੁਖ ਸ਼ਾਹੂਕਾਰ ਆਖਣ ਲੱਗੇ ਰਾਜਨ, ਉਸ ਪਰਮਾਤਮਾ ਸੱਚੇ ਪਾਤਸ਼ਾਹ ਨੇ ਮੈਨੂੰ ਮੱਤ ਬਖਸ਼ੀ, ਮੈਨੂੰ ਗਿਆਨ ਬਖਸ਼ਿਆ, ਮੈਨੂੰ ਸਮਝ ਆਈ ਹੈ ਵੀ ਇਹ ਵਰਤ ਰੱਖਣੇ ਕਰਮ ਕਾਂਡ ਨੇ, ਇਹਨਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ। ਕਾਮ ਕ੍ਰੋਧ ਪੁੰਨ ਖਾਨ ਰੂਪਾਨਾ, ਇੱਕ ਦਿਨ ਤੁਮ ਨਾ ਕਰਤ ਰਾਜਾਨਾ। ਐ ਰਾਜਨ, ਕਾਮ ਕ੍ਰੋਧ ਕਿਉਂ ਵੱਧਦੇ ਆ? ਆਪ ਜੀ ਨੇ ਪਿੱਛੇ ਸੁਣਿਆ ਨਾ, 5 ਤੱਤ ਨੇ ਸਾਡੇ ਸਰੀਰ ਵਿੱਚ, ਉਹ ਤੱਤ ਕਿਵੇਂ ਕਿਵੇਂ ਕੰਮ ਕਰਦੇ, ਪਿਛਲੀ ਕਥਾ 'ਚ ਤੁਸੀਂ ਸਾਰਾ ਆਨੰਦ ਮਾਣਿਆ। ਮਨਸੁਖ ਸ਼ਾਹੂਕਾਰ ਆਖਣ ਲੱਗੇ, ਕਹਿੰਦੇ ਰਾਜਿਆ, ਅੰਦਰ ਸਾਡੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵੱਧਦੇ ਕਾਹਦੇ ਨਾਲ ਨੇ? ਉਹ ਦੱਸ ਰਹੇ ਆ ਇੱਥੇ, ਬਹੁਤਾ ਰਾਸ਼ਨ ਦਾ ਵੈਰੀ ਬੰਦਾ ਕਾਮੀ ਹੋਏਗਾ, ਕਾਮੀ। ਬਹੁਤਾ ਸੌਣ ਵਾਲਾ ਬੰਦਾ ਸਭ ਤੋਂ ਵੱਧ ਲੜਾਕਾ ਤੇ ਸਭ ਤੋਂ ਵੱਧ ਈਰਖਾ ਕਰਨ ਵਾਲਾ ਹੋਏਗਾ। ਕਿਉਂ? ਕਿਉਂਕਿ ਆ ਦੋਹੇ ਚੀਜ਼ਾਂ ਵੱਧ ਨੇ, ਉਹਦਾ ਖਾਣਾ ਪੀਣਾ ਜ਼ਿਆਦਾ ਹੈ। ਰਾਜੇ ਨੂੰ ਦੱਸਤਾ, ਰਾਜੇ ਤੇਰੇ ਲੋਕ ਪਹਿਲਾਂ ਭੁੱਖੇ ਰਹਿੰਦੇ ਆ, ਕੁੱਖਾਂ ਕੱਢ ਲੈਂਦੇ ਭੁੱਖੇ ਰਹਿ ਰਹਿ ਕੇ, ਫਿਰ ਜਦੋਂ ਲੋੜ ਤੋਂ ਵੱਧ ਓਵਰਡੋਜ਼ ਹੋ ਕੇ ਖਾਂਦੇ ਆ, ਸਰੀਰ ਤੇਰਾ ਬਿਕਾਰੀ ਹੋ ਜਾਏਗਾ। ਹਰ ਬੰਦੇ ਦਾ ਹੁੰਦਾ ਹੈ, ਨੋਟ ਕਰਿਓ ਕਦੇ ਪਰਸਨਲ ਲਾਈਫ ਵਿੱਚ ਜਾ ਕੇ ਲੋਕਾਂ ਦੀ। ਵਰਤ ਰੱਖਣ ਵਾਲੇ ਲੋਕੀ ਬਹੁਤੇ ਕਾਮੀ ਹੁੰਦੇ ਆ, ਕੋਈ ਵੀ ਹੋਵੇ, ਪਰਖ ਲਿਓ ਕਦੇ, ਕਾਮ ਸਿਰ ਚੜ੍ਹ ਕੇ ਬੋਲਦਾ ਉਹਨਾਂ ਲੋਕਾਂ ਦੇ। ਬਹੁਤਾ ਸੌਣ ਵਾਲੇ ਲੋਕ ਸਭ ਤੋਂ ਵੱਧ ਚਿੜਦੇ ਆ, ਸਭ ਤੋਂ ਵੱਧ ਸੜਦੇ ਆ, ਸਭ ਤੋਂ ਵੱਧ ਲੜਦੇ ਆ। ਇਹ ਸੰਜਮ ਵਾਲੀਆਂ ਚੀਜ਼ਾਂ ਨੇ। ਰਾਜਨ, ਤੂੰ ਆਪਣੇ ਲੋਕਾਂ ਨੂੰ ਕਾਮੀ ਬਣਾਤਾ, ਤੇਰੇ ਲੋਕ ਬਿਕਾਰੀ ਬਣ ਗਏ। ਇਹ ਭੁੱਖੇ ਰਹਿੰਦੇ ਆ, ਪਹਿਲਾਂ ਭੁੱਖੇ ਰਹਿ ਰਹਿ ਕੇ ਆਂਦਰਾਂ ਕੱਢ ਲੈਂਦੇ ਆ, ਮੁੜ ਕੇ ਜਦੋਂ ਖਾਂਦੇ ਆ ਫਿਰ ਬਿਮਾਰੀਆਂ ਵੀ ਲੱਗ ਜਾਂਦੀਆਂ। ਕਹਿੰਦੇ ਅਸੀਂ ਨਹੀਂ ਕਰਦੇ। ਬਾਣੀ ਨੇ ਬੜਾ ਕੁਝ ਲਿਖਿਆ ਹੋਇਆ ਹੈ, ਕੱਲ ਵੀ ਆਪ ਜੀ ਨੂੰ ਸੁਣਾਇਆ ਸੀ। ਗੁਰੂ ਸਾਹਿਬ ਕਹਿੰਦੇ ਆ ਨਾ, ਛੋਡੇ ਅੰਨ ਕਰੇ ਪਖੰਡ। ਅੰਨ ਛੱਡਣਾ ਕੀ ਹੈ? ਪਖੰਡ ਕਰਨਾ ਹੈ। ਨਾ ਸੁਹਾਗਣ ਨਾ ਉਹ ਰੰਡ, ਕਹਿੰਦੇ ਨਾ ਤੇ ਰੰਡੀ ਹੈ ਨਾ ਸੁਹਾਗਣ ਹੈ। ਦੱਸੋ ਕਿਹਦਾ ਵਰਤ ਰੱਖਿਆ, ਕਿਹਦੀ ਉਮਰ ਵੱਧਦੀ ਹੈ ਜੀ? ਸਭ ਤੋਂ ਵੱਧ ਕਾਰਡ ਉਹਨਾਂ ਦੇ ਬਣੇ ਹੋਏ ਹੈਲਥ ਵਾਲਿਆਂ ਦੇ, ਜਿਹੜੇ ਵਰਤ ਵਰਤ ਰੱਖਦੇ ਆ। ਆਖੋ ਸਤਨਾਮ, ਕਿ ਨਹੀਂ ਮਰਦੇ? ਜੇ ਵਰਤ ਰੱਖਿਆ ਪਤੀਆਂ ਦੀ ਉਮਰ ਵੱਧਦੀ ਹੁੰਦੀ ਤੇ ਜਾਪਾਨ ਵਾਲੇ ਕਾਹਨੂੰ ਜਾਂਦੇ 120 ਸਾਲ ਤੇ? ਕਿਉਂ ਜਾਂਦੇ 110 ਸਾਲ ਤੇ? ਉਹ ਤੇ ਰੱਬ ਨੂੰ ਹੀ ਨਹੀਂ ਮੰਨਦੇ। ਤੇ ਸਾਡੇ ਵਾਲੇ ਇੱਥੇ 60 ਨਹੀਂ ਟੱਪਦੇ। ਵਰਤ ਰੱਖਣ ਵਾਲੇ ਮੈਨੂੰ ਲੱਗਦਾ ਗੱਡੀ ਚਾੜੀ ਜਾਂਦੇ ਆ। ਨਹੀਂ, ਤੇਰੇ ਕਰਮ ਤੇਰੇ ਨਾਲ ਨੇ, ਉਹਦੇ ਕਰਮ ਉਹਦੇ ਨਾਲ ਨੇ। ਤੇਰੇ ਭੁੱਖੇ ਰਹਿਣ ਨਾਲ ਉਹਨੂੰ ਕੀ ਫਰਕ ਹੈ? ਮੈਂ ਰੱਜ ਕੇ ਰੋਟੀ ਖਾਵਾਂ, ਦੱਸੋ ਤੁਹਾਨੂੰ ਫਾਇਦਾ ਹੈ ਕੋਈ? ਮੈਂ ਭੁੱਖਾ ਰਵਾਂ, ਤੁਹਾਨੂੰ ਤੇ ਮੇਰੀ ਭੁੱਖ ਦਾ ਦੁੱਖ ਵੀ ਨਹੀਂ ਲੱਗਣਾ। ਤੁਸੀਂ ਖਾਦੇ ਹੁਣ ਪਰੌਂਠੇ, ਮੈਂ ਕਈ ਵਾਰ ਦੱਸਿਆ ਨਾ, ਆਪਾਂ ਜਦੋਂ ਯਾਤਰਾ ਤੇ ਜਾਈਏ ਕਿ ਸਫ਼ਰ ਤੇ ਜਾਈਏ, ਜੇ ਤੇ ਡਰਾਈਵਰ ਹੋਵੇ ਨਾ ਰੱਜਿਆ, ਰੋਟੀ ਰੋਟੀ ਚੰਗੀ ਖਾਧੀ ਹੋਵੇ, ਪਿੱਛੇ ਵਾਲਿਆਂ ਦੀਆਂ ਕੁੱਖਾਂ ਨਿਕਲੀਆਂ, ਕਹਿੰਦੇ ਯਾਰ ਰੋਕ ਲਾ ਕੇ ਤੇ ਢਾਬਾ, ਉਹ ਬ੍ਰੇਕ ਹੀ ਨਹੀਂ ਲਾਉਂਦਾ ਕਿਉਂਕਿ ਰੱਜਿਆ ਹੋਇਆ। ਜੇ ਉਹ ਆਪ ਭੁੱਖਾ ਹੋਵੇ, ਆਲੇ ਦੁਆਲੇ ਵੇਖੀ ਜਾਂਦਾ ਵੀ ਉਹ ਤੇ ਲੇਜ਼ ਜੇ ਟੰਗੇ ਹੋਏ ਆ, ਯਾਰ ਇੱਥੇ ਢਾਬਾ ਨਹੀਂ ਹੋਊ ਕੋਈ। ਰੋਟੀ ਖਾਣੀ ਕਿਸੇ ਨੇ, ਪਾਣੀ ਪੀਣਾ ਕਿਸੇ ਨੇ, ਅਗਲਾ ਕਹਿੰਦਾ ਯਾਰ ਮੈਂ ਖਾਣੀ ਹੈ। ਕਿਉਂ? ਭੁੱਖ ਲੱਗੀ ਹੈ। ਜੇ ਸਾਨੂੰ ਭੁੱਖ ਲੱਗੀ ਤੇ ਸਾਨੂੰ ਭੁੱਖ ਦੇ ਦੁੱਖ ਦਾ ਤਾਂ ਪਤਾ ਏ, ਦੂਜੇ ਦੀ ਭੁੱਖ ਸਾਡੇ ਲਈ ਭੁੱਖ ਨਹੀਂ ਹੈ। ਦੂਜੇ ਦਾ ਦੁੱਖ, ਤੁਹਾਡੀ ਲੱਤ ਦੁੱਖ ਦੀ ਸਾਨੂੰ ਕੀ ਹੈ? ਅਸੀਂ ਹਮਦਰਦੀ ਕਰ ਦਾਂਗੇ, ਹਾਂ ਧਿਆਨ ਰੱਖਿਆ ਕਰੋ, ਦਵਾਈ ਟਾਈਮ ਨਾਲ ਲਿਆ ਕਰੋ। ਇਹ ਤੇ ਵਰਬਲੀ ਗੱਲਾਂ ਸਾਰੀ ਦੁਨੀਆ ਕਰਦੀ ਹੈ। ਦੁੱਖ ਕਿੰਨਾ ਕਮਾਣਿਆ, ਆਪਣੇ ਪੈਰ ਤੇ ਥੋੜੀ ਮਾਰ ਕੇ ਵੇਖ ਵੀ ਮੇਰਾ ਸੱਜਣ ਦੁਖੀ ਤੇ ਮੇਰੀ ਲੱਤ ਵੀ ਦੁਖੇ। ਇਹ ਤੜਫਦਾ ਤੇ ਮੈਂ ਤੜਫ ਕੇ ਵੇਖਾਂ ਵੀ ਦਰਦ ਕੀ ਹੁੰਦਾ? ਹੁੰਦਾ ਕਦੇ ਨਹੀਂ। ਜਦੋਂ ਰਾਜੇ ਨੂੰ ਇਹ ਗੱਲਾਂ ਦੱਸੀਆਂ ਨਾ, ਕਹਿੰਦੇ ਰਾਜਨ ਤੇਰੇ ਲੋਕ ਜਪ ਤਪ ਕਰਦੇ ਆ, ਇਹ ਮਾੜਾ ਨਹੀਂ ਹੈ, ਇਹ ਸਤਜੁਗ ਦੀਆਂ ਗੱਲਾਂ ਨੇ। ਜਦੋਂ ਜਪ ਸੀ, ਤਪ ਸੀ, ਤਪੱਸਿਆ ਸੀ, ਉਦੋਂ ਲੰਬੀਆਂ ਉਮਰਾਂ ਸੀ। ਕਲਯੁਗ 'ਚ ਕਿਹਦੀ ਲੰਬੀ ਉਮਰ ਹੈ? ਰਾਜਨ, ਇੱਥੇ ਦੇ ਲੋਕ ਵਰਤ ਰੱਖ ਰੱਖ ਕੇ ਇਕਾਦਸ਼ੀ ਨੂੰ ਸਵੇਰ ਤੋਂ ਸ਼ਾਮ ਤੱਕ ਭੁੱਖੇ ਰਹਿੰਦੇ ਆ, ਫਿਰ ਰੱਜ ਕੇ ਭੋਜਨ ਕਰਕੇ ਸੌਂਦੇ ਆ। ਤੇ ਤਕਰੀਬਨ ਤੁਹਾਡੇ 'ਚ ਪੜ੍ਹੇ ਲਿਖੇ ਬੈਠੇ ਆ ਜੀ। ਅੱਜ ਦੀ ਮੈਡੀਕਲ ਸਾਇੰਸ ਕੀ ਕਹਿੰਦੀ ਆ? ਉਹ ਕਹਿੰਦੇ ਜੀ ਰਾਤ ਨੂੰ ਰੋਟੀ ਨਾ ਖਾਓ ਤੇ ਚੰਗਾ ਹੈ, ਕਹਿੰਦੇ ਆ ਨਾ ਵੀ ਰਾਤ ਦੀ ਰੋਟੀ ਛੱਡ ਦਿਓ ਠੀਕ ਹੋ ਜਾਓਗੇ। ਤੇ ਜਿਹਨੇ ਸਾਰਾ ਦਿਨ ਰੋਟੀ ਨਹੀਂ ਖਾਧੀ, ਕੱਲਾ ਪਾਣੀ ਸੜਾ ਕੇ ਆ, ਤੇ ਸ਼ਾਮ ਨੂੰ ਫਿਰ ਕੱਲ ਵਾਂਗੂ ਕਿੰਨਾ ਕੁਝ ਖਾਧਾ। ਮੈਂ ਨਹੀਂ ਕਹਿਣਾ, ਕਈ ਕਹਿੰਦੇ ਜੀ ਇੰਨੇ ਕਿਲੋ ਕੇਲੇ ਕਿਵੇਂ ਹੋ ਗਏ, ਇੰਨੇ ਕਿਲੋ ਸੇਬ, ਮੈਂ ਕਿਹੜਾ ਤੋਲ ਕੇ ਦਿੱਤੇ ਆ। ਗੱਲ ਖਾਣ ਦੀ ਹੈ।
ਓਵਰਡੋਜ਼ ਹੋ ਕੇ ਖਾਦਾ, ਤੇ ਜਦੋਂ ਖਾਦਾ ਖਾ ਕੇ ਸੌਣਾ ਏ ਕੋਈ ਉਹਨੇ ਕਾਮ ਤੇ ਕ੍ਰੋਧ ਹੀ ਪੈਦਾ ਕਰਨਾ। ਆਖੋ ਸਤਨਾਮ। ਭਾਈ ਮਨਸੁਖ ਸ਼ਾਹੂਕਾਰ ਵੇਦਾਂ ਚੋਂ ਸੁਣਾ ਰਹੇ ਆ, ਰਾਜਨ ਤੇਰਾ ਧਰਮ ਵੀ ਇਹਨਾਂ ਚੀਜ਼ਾਂ ਦੇ ਵਿਰੁੱਧ ਹੈ। ਅਸ ਸੰਜਮ ਮਿ ਸੰਤ ਸਦੀਵਾ, ਵਰਤਤ ਹੈ ਨਿਜ ਮਨ ਕਰ ਨੀਵਾ। ਉਹ ਰੱਬ ਦੇ ਪਿਆਰੇ ਤੇ ਸਦਾ ਵਰਤ 'ਚ ਹੀ ਰਹਿੰਦੇ ਆ, ਸੰਜਮ 'ਚ ਹੀ ਰਹਿੰਦੇ ਆ, ਕਿਉਂਕਿ ਆਹ ਜਿਹੜੇ ਕਰਮ ਨੇ ਨਾ ਕਦੇ ਕਦੇ ਕਰਨ ਵਾਲੇ ਦੁੱਖਦਾਈ ਹੁੰਦੇ ਆ। ਬਾਣੀ ਲਿਖਦੀ ਹੈ ਪੂਜਾ ਅਰਚਾ ਬੰਧਨ ਡੰਡਾਉਤ ਇਹ ਕਰਮਾਂ ਖਟ ਰਹਿਤਾ। ਮਹਾਰਾਜ ਕਹਿੰਦੇ ਆਹ ਕੁਝ ਤੇ ਕਰਦੇ ਬੜੇ ਆਏ ਬੜੇ ਗਏ, ਲੰਬੀ ਉਮਰ ਕਿਹਦੀ ਹੋਈ? ਰੱਬ ਕਿਹਨੂੰ ਮਿਲਿਆ? ਮਿਲਿਆ ਕਿਸੇ ਨੂੰ? ਦੁਨੀਆ ਤੁਰੀ ਫਿਰਦੀ, ਸਾਡੇ ਵਾਲਾ ਲਾਣਾ ਵੀ ਤੁਰਿਆ ਫਿਰਦਾ, ਕਿਹਨੂੰ ਮਿਲਿਆ? ਜਿਨ੍ਹਾਂ ਨੂੰ ਮਿਲਿਆ ਅੱਜ ਵੀ ਜਿਉਂਦੇ ਆ, ਤੇ ਜਿਨ੍ਹਾਂ ਨੂੰ ਮਿਲਦਾ ਅੱਜ ਵੀ ਬੈਠੇ ਹੋ ਗੁਰਮੁਖ ਪਿਆਰੇ ਗੁਰਸਿੱਖੋ। ਸਾਡੇ ਵਾਂਗੂ ਥੋੜਾ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ, ਉਹ ਅੰਦਰੋਂ ਜੁੜੇ ਹੋਏ ਆ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਹੁਣ ਇਹਨਾਂ ਨੇ ਦੱਸਣਾ ਮਨਸੁਖ ਸ਼ਾਹੂਕਾਰ ਨੇ, ਪਰ ਰਾਜਾ ਇੰਨਾ ਪ੍ਰਭਾਵਿਤ ਹੋ ਗਿਆ, ਕਹਿੰਦਾ ਅੱਜ ਮੈਨੂੰ ਸਾਰੀਆਂ ਗੱਲਾਂ ਦੱਸ ਕੇ ਜਾ, ਤੂੰ ਕਿਹਨੂੰ ਮੰਨਦਾ ਤੇ ਸਾਡਾ ਧਰਮ ਕਿਉਂ ਨਹੀਂ? ਫਿਰ ਉਹਨਾਂ ਆਖਿਆ, ਕਹਿੰਦੇ ਮੈਂ ਤੇਰੇ ਧਰਮ ਤੇ ਕਟਾਕਸ਼ ਨਹੀਂ ਕਰਦਾ, ਮੈਂ ਉਹਦੇ ਬਾਰੇ ਕਹਿੰਦਾ ਜਿਹਦੇ ਬਾਰੇ ਬਾਣੀ ਕਹਿੰਦੀ ਹੈ ਕਰਮ ਧਰਮ ਪਖੰਡ ਜੋ ਦਿਸੈ। ਜੋ ਦਿਸਦਾ ਹੈ ਨਾ ਉਹ ਪਖੰਡ ਹੈ। ਹੁਣ ਮੰਨ ਲਓ ਮੈਂ ਸੇਵਾ ਕਰਾਂ ਝਾੜੂ ਲੈ ਕੇ, ਮੈਂ ਆਉਣਾ ਹੀ ਉਸੇ ਵੇਲੇ ਆ ਵੀ ਜਿਸ ਵੇਲੇ ਸੰਗਤ ਬਾਹਰ ਨਿਕਲੇ। ਝਾੜੂ ਇਹ ਕੀ ਹੈ? ਪਖੰਡ ਹੈ। ਜੇ ਝਾੜੂ ਲਾਉਣਾ ਸਵੇਰੇ ਆ 3 ਵਜੇ ਉੱਠ ਕੇ, ਪਤਾ ਲੱਗੇ ਤੂੰ ਸਫਾਈ ਕਰਦਾ, ਗੁਰੂ ਘਰ ਸੇਵਾ ਕਰਦਾ, ਅਸੀਂ ਕਰਨਾ ਕਦੋਂ ਹੈ? ਜਦੋਂ 20 ਬੰਦੇ ਇਕੱਠੇ ਨਿਕਲਣੇ ਆ, ਆਉਣੇ ਆ ਜਾਣੇ ਆ, ਉਦੋਂ ਪੈਰਾਂ 'ਚ ਪੋਚੇ ਮਾਰਦੇ ਫਿਰ ਵਾਹਿਗੁਰੂ ਜੀ ਵਾਹਿਗੁਰੂ ਜੀ। ਅਗਲਾ ਕਹਿੰਦਾ ਵਾਹ ਉਹ ਬੜਾ ਭਾਗਾਂ ਵਾਲਾ ਬੰਦਾ, ਇਹ ਸੇਵਾ ਹੈ? ਨਹੀਂ। ਇੱਕ ਨੇ ਨਿਸ਼ਾਨ ਸਾਹਿਬ ਤੇ ਪਾਣੀ ਦੀ ਬਾਲਟੀ ਪਾਈ, 15 ਨੇ ਉੱਥੇ ਹੀ ਪਾਣੀ ਵੀ ਦੂਜੇ ਪਾਸੇ ਜਾ ਕੇ ਬਾਥਰੂਮ ਸਾਫ਼ ਕਰਿਆ, ਕੀਤੇ ਕਦੇ? ਸੇਵਾ ਤੇ ਉਹ ਹੈ ਗੁਰੂ ਘਰ ਦੀਆਂ ਫਲਸ਼ਾਂ ਵਾਸ਼ਰੂਮ ਸਾਫ਼ ਕਰੋ, ਇਹ ਸਭ ਤੋਂ ਵੱਡੀ ਸੇਵਾ ਹੈ, ਸਭ ਤੋਂ ਵੱਡੀ ਸੇਵਾ। ਸਾਡੀ ਸੇਵਾ ਕਿੱਥੇ ਹੈ? ਜਣੇ ਖਣੇ ਤੋਂ ਗਲਾਸ ਖੋਈ ਜਾਣੇ, ਚਾਹ ਪੀਂਦੇ ਦੋ, ਅਜੇ ਅਗਲਾ ਕਹਿੰਦਾ ਯਾਰ ਪਈ ਹੈ, ਕਹਿੰਦਾ ਨਾ ਨਾ ਵਾਹਿਗੁਰੂ ਜੀ ਛੇਤੀ ਦੇ ਦਿਓ। ਵੀ ਜੇ ਜਾਣਾ ਨਾ ਉਧਰਲੇ ਪਾਸੇ ਜਾ, ਪਤਾ ਲੱਗੇ ਮੂੰਹ ਬੰਨ ਕੇ ਸੇਵਾ ਕਰਦਾ, ਅੱਧੀ ਰਾਤ ਕਰਦਾ, ਅੰਮ੍ਰਿਤ ਵੇਲੇ ਕਰਦਾ, ਲੋਕੀ ਤੇਰਾ ਸਤਿਕਾਰ ਕਰਨ, ਪਰ ਜੋ ਦਿਸਦਾ ਉਹ ਪਖੰਡ ਹੈ। ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁਟੈ। ਸਾਹਿਬ ਕਹਿੰਦੇ ਉਹ ਲੁੱਟਿਆ ਜਾਂਦਾ, ਇੱਥੇ ਕੀਤਾ ਉੱਥੇ ਲੁੱਟ ਲੈਣਾ। ਮਨਸੁਖ ਸ਼ਾਹੂਕਾਰ ਦੇ ਬਚਨ ਬੜੇ ਗਹਿਰੇ ਆ ਜੀ। ਜੋ ਕੁਝ ਹੋਣਾ, ਇੱਕ ਪਾਸੇ ਰਾਜਾ, ਇੱਕ ਪਾਸੇ ਗੁਰੂ ਕਾ ਸਿੱਖ, ਵਿਚਾਰਧਾਰਾ ਅਜੇ ਮੈਚ ਨਹੀਂ ਕਰਦੀ, ਅਜੇ ਬੜਾ ਕੁਝ ਹੋਣਾ ਹੈ। ਕੱਲ ਦੇ ਦੀਵਾਨਾਂ 'ਚ ਸਰਵਣ ਕਰਕੇ ਆਨੰਦ ਮਾਣਾਂਗੇ।